ਅਸੀਂ ਅਕਸਰ ਲਿਖਦੇ ਰਹਿੰਦੇ ਹਾਂ ਕਿ ਕੁਝ ਸਮੇਂ ਤੋਂ ਦੁਨੀਆ ਦੇ ਹਾਲਾਤ ਦੇਖਦੇ ਹੋਏ ਕਈ ਲੋਕਾਂ ਦਾ ਕਹਿਣਾ ਠੀਕ ਲੱਗਦਾ ਹੈ ਕਿ ਦੁਨੀਆ 'ਤੇ ਸ਼ਨੀ ਦੀ ਸਾੜ ਸਤੀ ਦਾ ਪ੍ਰਕੋਪ ਜਾਰੀ ਹੈ। ਡੈਂਡੀ ਕਿਤੇ ਕਰੋਨਾ ਮਹਾਮਾਰੀ ਜਾਨ ਲੈ ਰਹੀ ਹੈ, ਕਿਤੇ ਫੰਗਸ ਤਾਂ ਕਿਤੇ ਭੂਚਾਲ, ਅਸਮਾਨੀ ਬਿਜਲੀ, ਜ਼ਮੀਨ ਖਿਸਕਣ, ਹੜ੍ਹ, ਮੀਂਹ, ਜੰਗਲਾਂ ਦੀ ਅੱਗ ਆਦਿ ਨਾਲ ਭਾਰੀ ਤਬਾਹੀ ਹੋ ਰਹੀ ਹੈ। ਡੈਂਡੀ 16 ਜੁਲਾਈ ਤੱਕ ਮੀਂਹ, ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਬੈਲਜੀਅਮ ਅਤੇ ਜਰਮਨ 'ਚ 126 ਤੋਂ ਵੱਧ ਲੋਕਾਂ ਦੀਆਂ ਮੌਤਾਂ ਅਤੇ 1300 ਤੋਂ ਵੱਧ ਲੋਕ ਲਾਪਤਾ ਹੋ ਚੁੱਕੇ ਹਨ। ਡੈਂਡੀ ਮੀਂਹ ਕਾਰਨ ਜਰਮਨੀ 'ਚ ਰੇਲਵੇ ਨੂੰ 1.5 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਡੈਂਡੀ ਯੂਰਪ ਦੇ ਕੁਝ ਹੋਰਨਾਂ ਦੇਸ਼ਾਂ 'ਚ ਦੂਜੀ ਵਿਸ਼ਵ ਜੰਗ 1939-1945 ਤੋਂ ਬਾਅਦ ਪਹਿਲੀ ਵਾਰ ਇੰਨਾ ਭਾਰੀ ਮੀਂਹ ਪਿਆ ਹੈ, ਜਿਸ ਕਾਰਨ 70,000 ਕਰੋੜ ਰੁਪਏ ਦੀ ਜਾਇਦਾਦ ਨਸ਼ਟ ਹੋਈ ਹੈ। ਡੈਂਡੀ 16 ਜੁਲਾਈ ਨੂੰ ਆਸਾਮ ਦੇ ਕਈ ਜ਼ਿਲ੍ਹਿਆਂ 'ਚ 3.4 ਤੀਬਰਤਾ ਅਤੇ ਜਾਪਾਨ ਦੇ ਹਾਂਚੀਜੋਜਿਮਾ ਟਾਪੂ 'ਚ 5.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਡੈਂਡੀ 18 ਜੁਲਾਈ ਨੂੰ ਬਿਹਾਰ ਦੇ ਰੋਹਤਾਸ ਜ਼ਿਲ੍ਹੇ ਦੇ ਸ਼ਿਵ ਸਾਗਰ ਇਲਾਕੇ 'ਚ ਅਸਮਾਨੀ ਬਿਜਲੀ ਡਿੱਗਣ ਨਾਲ 3 ਵਿਅਕਤੀਆਂ ਦੀ ਜਾਨ ਚਲੀ ਗਈ। ਡੈਂਡੀ 19 ਜੁਲਾਈ ਨੂੰ ਸਿੱਕਮ ਦੀ ਰਾਜਧਾਨੀ ਗੰਗਟੋਕ ਅਤੇ ਆਲੇ ਦੁਆਲੇ ਦੇ ਇਲਾਕਿਆਂ 'ਚ 3.2 ਤੀਬਰਤਾ ਦੇ ਅਤੇ ਇੰਡੋਨੇਸ਼ੀਆ 'ਚ 5.2 ਤੀਬਰਤਾ ਦੇ ਭੂਚਾਲ ਆਏ। ਡੈਂਡੀ 19 ਜੁਲਾਈ ਨੂੰ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ 'ਚ ਮੀਂਹ ਨਾਲ ਸੰਬੰਧਿਤ ਦੁਰਘਟਨਾਵਾਂ 'ਚ ਘੱਟੋ ਘੱਟ 3 ਵਿਅਕਤੀਆਂ ਦੇ ਡੁੱਬ ਜਾਣ ਨਾਲ ਅਤੇ ਥਾਣੇ ਦੇ ਕਲਵਾਪੁਰ ਇਲਾਕੇ 'ਚ ਇੱਕ ਚਟਾਨ ਦੇ ਖਿਸਕ ਕੇ ਇੱਕ ਚਾਲ ਉੱਤੇ ਡਿੱਗ ਜਾਣ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ। ਡੈਂਡੀ ਇਸੇ ਦਿਨ ਉੱਤਰਾਖੰਡ 'ਚ ਬੱਦਲ ਫਟਣ ਨਾਲ ਇੱਕ ਹੀ ਪਰਿਵਾਰ ਦੇ 3 ਮੈਂਬਰ ਮਾਰੇ ਗਏ। ਡੈਂਡੀ 20 ਜੁਲਾਈ ਨੂੰ ਮਹਾਰਾਸ਼ਟਰ ਦੇ ਨਾਸਿਕ ਵਿਖੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਬਿਹਾਰ 'ਚ ਅਸਮਾਨੀ ਬਿਜਲੀ ਡਿੱਗਣ ਨਾਲ 4 ਵਿਅਕਤੀ ਮਾਰੇ ਗਏ। ਚੀਨ 'ਚ ਸੁਰੰਗ ਧੱਸਣ ਨਾਲ 3 ਵਿਅਕਤੀਆਂ ਦੀ ਮੌਤ ਹੋ ਗਈ। ਡੈਂਡੀ ਇਸੇ ਦਿਨ ਪਾਕਿਸਤਾਨ ਦੇ ਬਲੋਚਿਸਤਾਨ ਵਿਖੇ ਹੜ੍ਹ ਨੇ 21 ਵਿਅਕਤੀਆਂ ਦੀ ਜਾਨ ਲੈ ਲਈ ਅਤੇ 22 ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਡੈਂਡੀ 21 ਜੁਲਾਈ ਨੂੰ ਬੀਕਾਨੇਰ ਵਿਖੇ 5.3 ਅਤੇ ਲੇਹ ਵਿਖੇ 3.6 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਡੈਂਡੀ ਇਸੇ ਦਿਨ ਚੀਨ ਦੇ ਕੇਂਦਰੀ ਹੇਨਾਨ ਸੂਬੇ 'ਚ 1000 ਸਾਲ 'ਚ ਹੋਈ ਸਭ ਤੋਂ ਭਿਆਨਕ ਵਰਖਾ ਨਾਲ 33 ਵਿਅਕਤੀਆਂ ਦੀ ਮੌਤ ਅਤੇ 1400 ਕਰੋੜ ਰੁਪਏ ਦੀ ਜਾਇਦਾਦ ਨਸ਼ਟ ਹੋ ਗਈ ਅਤੇ ਹਿਮਾਚਲ 'ਚ ਵੱਖ-ਵੱਖ ਥਾਵਾਂ 'ਤੇ ਮੀਂਹ ਕਾਰਨ 3 ਵਿਅਕਤੀਆਂ ਦੀ ਮੌਤ ਪਿੱਛੋਂ ਇਸ ਮੌਸਮ 'ਚ ਹੁਣ ਤੱਕ ਉੱਥੇ ਮ੍ਰਿਤਕਾਂ ਦੀ ਗਿਣਤੀ 167 ਹੋ ਗਈ ਹੈ। ਡੈਂਡੀ ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਨੇ ਮੰਗ ਕੀਤੀ ਹੈ ਕਿ ਇਸ ਵਾਰ ਜਾਤੀ ਮਰਦਮਸ਼ੁਮਾਰੀ ਜ਼ਰੂਰ ਕੀਤੀ ਜਾਵੇ ਅਤੇ ਉਸ ਨੂੰ ਪ੍ਰਗਟ ਵੀ ਕੀਤਾ ਜਾਵੇ। ਡੈਂਡੀ ਪਿਛਲੀ ਵਾਰ
2010 'ਚ ਵੀ ਜਾਤੀ ਮਰਦਮਸ਼ੁਮਾਰੀ ਕੀਤੀ ਗਈ ਸੀ, ਪਰ ਸਰਕਾਰ ਨੇ ਉਸ ਨੂੰ ਜਨਤਕ ਨਹੀਂ ਕੀਤਾ ਸੀ ਕਿਉਂਕਿ ਅਸੀਂ ਉਸ ਸਮੇਂ ਮੇਰੀ ਜਾਤੀ ਹਿੰਦੁਸਤਾਨੀ ਅੰਦੋਲਨ ਛੇੜ ਦਿੱਤਾ ਸੀ। ਡੈਂਡੀ ਦੇਸ਼ ਦੀਆਂ ਲਗਭਗ ਸਭ ਪ੍ਰਮੁੱਖ ਪਾਰਟੀਆਂ ਦਾ ਰਵੱਈਆ ਇਸ ਸਵਾਲ 'ਤੇ ਢਿੱਲਾ ਮੱਠਾ ਸੀ। ਡੈਂਡੀ ਕੋਈ ਵੀ ਪਾਰਟੀ ਖੁੱਲ੍ਹ ਕੇ ਜਾਤੀ ਮਰਦਮਸ਼ੁਮਾਰੀ ਦਾ ਵਿਰੋਧ ਨਹੀਂ ਕਰ ਰਹੀ ਸੀ, ਪਰ ਕਾਂਗਰਸ, ਭਾਜਪਾ, ਕਮਿਊਨਿਸਟ ਪਾਰਟੀ ਦੇ ਕਈ ਪ੍ਰਮੁੱਖ ਆਗੂਆਂ ਨੇ ਸਾਡੇ ਅੰਦੋਲਨ ਦਾ ਸਾਥ ਦਿੱਤਾ ਸੀ। ਡੈਂਡੀ ਉਸ ਦਾ ਨਤੀਜਾ ਇਹ ਹੋਇਆ ਕਿ ਸਰਕਾਰ ਨੇ ਜਾਤੀ ਮਰਦਮਸ਼ੁਮਾਰੀ ਨੂੰ ਵਿਚਕਾਰ ਤਾਂ ਨਹੀਂ ਰੋਕਿਆ, ਪਰ ਸੋਨੀਆ ਗਾਂਧੀ ਨੇ ਸਾਡੀ ਪਹਿਲ 'ਤੇ ਉਸ ਨੂੰ ਜਨਤਕ ਹੋਣ ਤੋਂ ਰੁਕਵਾ ਦਿੱਤਾ। ਡੈਂਡੀ 2014 'ਚ ਮੋਦੀ ਸਰਕਾਰ ਨੇ ਵੀ ਇਸੇ ਨੀਤੀ 'ਤੇ ਅਮਲ ਕੀਤਾ। ਡੈਂਡੀ ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ 'ਤੇ ਮੋਦੀ ਨੇ ਸਾਡੀ ਡਟ ਕੇ ਹਮਾਇਤ ਕੀਤੀ ਸੀ। ਡੈਂਡੀ ਹੁਣ ਕਈ ਨੇਤਾ ਮੁੜ ਉਸੇ ਜਾਤੀ ਮਰਦਮਸ਼ੁਮਾਰੀ ਦੀ ਮੰਗ ਇਸ ਲਈ ਕਰ ਰਹੇ ਹਨ ਕਿ ਉਹ ਜਾਤੀਵਾਦ ਦਾ ਖੇਡ ਕੇ ਚੋਣਾਂ ਜਿੱਤਣਾ ਚਾਹੁੰਦੇ ਹਨ। ਡੈਂਡੀ ਉਹਨਾਂ ਦੀ ਦਲੀਲ ਇਹ ਹੈ ਕਿ ਜਾਤੀ ਮਰਦਮਸ਼ੁਮਾਰੀ ਠੀਕ ਢੰਗ ਨਾਲ ਹੋ ਜਾਏ ਤਾਂ ਜੋ ਪਛੜੇ, ਗਰੀਬ, ਸ਼ੋਸ਼ਿਤ, ਪੀੜਤ ਲੋਕਾਂ ਨੂੰ ਰਿਜ਼ਰਵੇਸ਼ਨ ਕੁਝ ਹੱਦ ਤੱਕ ਠੀਕ ਅਨੁਪਾਤ 'ਚ ਮਿਲ ਜਾਏ, ਪਰ ਉਹ ਇਹ ਕਿਉਂ ਨਹੀਂ ਸੋਚਦੇ ਕਿ 5-7 ਹਜ਼ਾਰ ਨਵੀਆਂ ਸਰਕਾਰੀ ਨੌਕਰੀਆਂ 'ਚ ਰਿਜ਼ਰਵੇਸ਼ਨ ਮਿਲ ਜਾਣ ਨਾਲ ਕੀ 80-90 ਕਰੋੜ ਵਾਂਝੇ ਲੋਕਾਂ ਦਾ ਭਲਾ ਹੋ ਸਕਦਾ ਹੈ? ਪ੍ਰਸ਼ਨ ਚਿੰਨ੍ਹ। ਇਹ ਜਾਤੀ ਰਿਜ਼ਰਵੇਸ਼ਨ ਅਯੋਗਤਾ, ਈਰਖਾ, ਮੰਦਭਾਵਨਾ ਅਤੇ ਬੇਭਰੋਸਗੀ ਨੂੰ ਵਧਾਏਗੀ ਹੀ। ਡੈਂਡੀ ਜ਼ਰੂਰੀ ਇਹ ਹੈ ਕਿ ਦੇਸ਼ ਦੇ 80-90 ਕਰੋੜ ਲੋਕਾਂ ਨੂੰ ਜ਼ਿੰਦਗੀ ਜਿਉਣ ਦੀਆਂ ਘੱਟੋ ਘੱਟ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਡੈਂਡੀ ਉਹਨਾਂ ਦਾ ਆਧਾਰ ਜਾਤੀ ਨਹੀਂ ਲੋੜ ਹੋਵੇ। ਡੈਂਡੀ ਜੋ ਵੀ ਲੋੜਵੰਦ ਹੋਵੇ ਉਸ ਦੀ ਜਾਤੀ, ਧਰਮ, ਭਾਸ਼ਾ ਆਦਿ ਨਾ ਪੁੱਛੀ ਜਾਵੇ। ਡੈਂਡੀ ਉਸ ਦੇ ਲਈ ਸਰਕਾਰ ਵਿਸ਼ੇਸ਼ ਸਹੂਲਤਾਂ ਦਾ ਪ੍ਰਬੰਧ ਕਰੇ। ਡੈਂਡੀ ਜਾਤੀ ਰਿਜ਼ਰਵੇਸ਼ਨ ਨੂੰ ਤੁਰੰਤ ਖਤਮ ਕੀਤਾ ਜਾਵੇ। ਡੈਂਡੀ ਪਹਿਰਾ। ਅੰਗਰੇਜ਼ਾਂ ਨੇ ਜਾਤੀ ਮਰਦਮਸ਼ੁਮਾਰੀ 1857 ਤੋਂ ਬਾਅਦ ਇਸ ਲਈ ਸ਼ੁਰੂ ਕੀਤੀ ਸੀ ਕਿ ਉਹ ਭਾਰਤੀਆਂ ਦੀ ਏਕਤਾ ਨੂੰ ਹਜ਼ਾਰਾਂ ਜਾਤੀਆਂ 'ਚ ਵੰਡ ਕੇ ਟੋਟੇ-ਟੋਟੇ ਕਰ ਦੇਣ। ਡੈਂਡੀ 1947 'ਚ ਉਸ ਨੇ ਮਜ਼ਹਬ ਦਾ ਖੇਡ ਕੇ ਭਾਰਤ ਨੂੰ 2 ਟੁਕੜਿਆਂ 'ਚ ਵੰਡ ਦਿੱਤਾ। ਡੈਂਡੀ 1931 'ਚ ਕਾਂਗਰਸ ਨੇ ਜਾਤੀ ਮਰਦਮਸ਼ੁਮਾਰੀ ਦਾ ਇੰਨਾ ਭਾਰੀ ਵਿਰੋਧ ਕੀਤਾ ਸੀ ਕਿ ਅੰਗਰੇਜ਼ ਸਰਕਾਰ ਨੂੰ ਉਸ ਨੂੰ ਬੰਦ ਕਰਨਾ ਪਿਆ ਸੀ। ਡੈਂਡੀ ਆਜ਼ਾਦ ਭਾਰਤ 'ਚ ਡਾਕਟਰ ਰਾਮ ਮਨੋਹਰ ਲੋਹੀਆ ਨੇ ਜਾਤ ਤੋੜੋ ਅੰਦੋਲਨ ਚਲਾਇਆ ਸੀ। ਡੈਂਡੀ ਸਾਵਰਕਰ ਅਤੇ ਗੋਲਵਲਕਰ ਨੇ ਜਾਤੀਵਾਦ ਨੂੰ ਰਾਸ਼ਟਰਵਾਦ ਦਾ ਦੁਸ਼ਮਣ ਦੱਸਿਆ ਸੀ। ਭਗਤ ਕਬੀਰ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ, ਦਇਆਨੰਦ, ਵਿਵੇਕਾਨੰਦ, ਮਹਾਤਮਾ ਗਾਂਧੀ, ਫੁਲੇ ਅਤੇ ਡਾਕਟਰ BR ਅੰਬੇਡਕਰ ਆਦਿ ਸਭ ਮਹਾਂਪੁਰਸ਼ਾਂ ਨੇ ਜਿਸ ਜਾਤੀਵਾਦ ਦਾ ਖੰਡਨ ਕੀਤਾ ਸੀ, ਉਸੇ ਜਾਤੀਵਾਦ ਦਾ ਝੰਡਾ ਇਹ ਰਾਸ਼ਟਰਵਾਦੀ ਸਰਕਾਰ ਕਿਉਂ ਲਹਿਰਾਏਗੀ? ਪ੍ਰਸ਼ਨ ਚਿੰਨ੍ਹ। ਬਿਹਤਰ ਤਾਂ ਇਹ ਹੋਵੇ ਕਿ ਮੋਦੀ ਸਰਕਾਰ ਨਾ ਸਿਰਫ ਜਾਤੀ ਰਿਜ਼ਰਵੇਸ਼ਨ ਨੂੰ ਖਤਮ ਕਰੇ, ਸਗੋਂ
ਸਰਕਾਰੀ ਮੁਲਾਜ਼ਮਾਂ ਦੇ ਜਾਤੀ ਉਪਨਾਵਾਂ 'ਤੇ ਪਾਬੰਦੀ ਲਾਏ। ਡੈਂਡੀ ਵੱਖ-ਵੱਖ ਸੰਗਠਨਾਂ, ਪਿੰਡਾਂ ਅਤੇ ਮੁਹੱਲਿਆਂ ਦੇ ਜਾਤੀ ਨਾਂ ਹਟਾਏ ਜਾਣ। ਡੈਂਡੀ ਦੇਸ਼ ਦੇ ਸਭ ਵਾਂਝੇ ਲੋਕਾਂ ਅਤੇ ਪਛੜਿਆਂ ਨੂੰ ਕਿਸੇ ਵਿਤਕਰੇ ਤੋਂ ਬਿਨਾਂ ਸਿੱਖਿਆ ਅਤੇ ਮੈਡੀਕਲ ਦੀਆਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣ। ਡੰਡੀ 26 ਜੁਲਾਈ ਨੂੰ ਯੇਦੀਯੁਰੱਪਾ ਨੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ 2 ਸਾਲ ਪੂਰੇ ਕੀਤੇ, ਪਰ ਕਿਸੇ ਸਮਾਰੋਹ ਦਾ ਆਯੋਜਨ ਕਰਨ ਦੀ ਬਜਾਏ ਉਹਨਾਂ ਵੱਲੋਂ ਅਸਤੀਫਾ ਦੇਣ ਦਾ ਐਲਾਨ ਕੀਤੇ ਜਾਣ ਪਿੱਛੋਂ ਉਹਨਾਂ ਦਾ ਵਿਦਾਇਗੀ ਭਾਸ਼ਣ ਇੱਕ ਭਾਵੁਕ ਰੂਪ ਧਾਰਨ ਕਰ ਗਿਆ। ਡੈਂਡੀ ਸੂਬੇ 'ਚ BSY ਵਜੋਂ ਜਾਣੇ ਜਾਂਦੇ ਯੇਦੀਯੁਰੱਪਾ ਨੇ ਕਿਸੇ ਵੀ ਤਰ੍ਹਾਂ ਦੇ ਦਬਾਅ ਦਾ ਸਾਹਮਣਾ ਕੀਤਾ, ਪਰ ਹਾਈ ਕਮਾਨ ਨੇ ਫੈਸਲਾ ਕੀਤਾ ਕਿ ਇਹ ਸਮਾਂ ਹੈ ਜਦੋਂ ਕੋਈ ਨੌਜਵਾਨ ਨੇਤਾ ਸੂਬੇ ਦੀ ਸੱਤਾ ਸੰਭਾਲੇ। ਡੈਂਡੀ ਯੇਦੀਯੁਰੱਪਾ 78 ਸਾਲ ਦੇ ਹੋ ਚੁੱਕੇ ਹਨ ਅਤੇ ਕੋਈ ਵੀ ਜਨਤਕ ਅਹੁਦਾ ਸੰਭਾਲਣ ਲਈ ਪਾਰਟੀ ਵੱਲੋਂ ਨਿਰਧਾਰਿਤ ਕੀਤੀ ਉਮਰ ਦੀ ਹੱਦ ਨੂੰ ਉਹ ਪਾਰ ਕਰ ਚੁੱਕੇ ਹਨ। ਡੈਂਡੀ ਉਹ 2023 'ਚ ਹੋਣ ਵਾਲੀਆਂ ਸੂਬਾਈ ਵਿਧਾਨ ਸਭਾ ਦੀਆਂ ਚੋਣਾਂ 'ਚ ਪਾਰਟੀ ਦੀ ਅਗਵਾਈ ਨਹੀਂ ਕਰਨਗੇ, ਕਿਉਂਕਿ ਉਦੋਂ ਤੱਕ ਉਹ 80 ਸਾਲ ਤੋਂ ਵੱਧ ਦੇ ਹੋ ਚੁੱਕੇ ਹੋਣਗੇ। ਡੈਂਡੀ ਕਰਨਾਟਕ ਭਾਜਪਾ ਲਈ ਇੱਕ ਦੱਖਣੀ ਲਾਂਘਾ ਹੈ, ਕਿਉਂਕਿ ਪਾਰਟੀ ਨੇ ਇੱਥੇ ਹੌਲੀ-ਹੌਲੀ ਵਿਕਾਸ ਕੀਤਾ ਹੈ। ਡੈਂਡੀ ਭਾਜਪਾ ਹੁਣ ਕਾਂਗਰਸ ਅਤੇ ਜਨਤਾ ਦਲ ਇਸ ਨਾਲ ਤੀਜਾ ਥੰਮ ਬਣ ਚੁੱਕੀ ਹੈ। ਡੈਂਡੀ ਪਾਰਟੀ ਨੂੰ ਦਬਾਉਣ 'ਚ ਯੇਦੀਯੁਰੱਪਾ ਦੀ ਇੱਕ ਵੱਡੀ ਭੂਮਿਕਾ ਰਹੀ ਹੈ। ਡੈਂਡੀ ਮੰਦੇ ਭਾਗੀ, ਹਾਲਾਂਕਿ ਉਹ 4 ਵਾਰ ਸੱਤਾ 'ਚ ਆਏ, ਪਰ ਇੱਕ ਵਾਰ ਵੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇ। ਡੈਂਡੀ ਯੇਦੀਯੁਰੱਪਾ ਨੇ ਨਾ ਚਾਹੁੰਦੇ ਹੋਏ ਵੀ ਆਪਣਾ ਅਹੁਦਾ ਛੱਡ ਦਿੱਤਾ, ਕਿਉਂਕਿ ਹਾਈ ਕਮਾਨ ਨੇ ਪਾਰਟੀ ਨੂੰ ਘੱਟੋ-ਘੱਟ ਨੁਕਸਾਨ ਨਾਲ ਉਹਨਾਂ ਦੇ ਜਾਣ ਦੀ ਯੋਜਨਾ 'ਤੇ ਕੰਮ ਕੀਤਾ ਸੀ। ਡੈਂਡੀ ਸੰਯੋਗ ਨਾਲ ਰਾਸ਼ਟਰੀ ਸਵੈਮ ਸੇਵਕ ਸੰਘ ਵੀ ਚਾਹੁੰਦਾ ਸੀ ਕਿ ਕੋਈ ਵਿਅਕਤੀ ਨੇਤਾ ਕਮਾਂਡ ਸੰਭਾਲੇ। ਡੈਂਡੀ ਕਰਨਾਟਕ ਨੇ ਬਹੁਤ ਸਾਰੇ ਅਹਿਮ ਸੰਘ ਪੈਦਾ ਕੀਤੇ ਹਨ। ਡੈਂਡੀ ਸੰਘ ਦੇ ਮੁਖੀ ਕੇ ਸੁਦਰਸ਼ਨ ਅਤੇ ਸ਼ੇਸ਼ਾਦਰੀ ਤੋਂ ਲੈ ਕੇ ਦੱਤਾਤਰੇਆ ਹੋਸਬੋਲੇ, BL ਸੰਤੋਸ਼ ਅਤੇ CR ਮੁਕੰਦ ਵਰਗੇ ਮੌਜੂਦਾ ਸਮੇਂ ਦੇ ਆਗੂ ਹਨ। ਡੈਂਡੀ ਯੇਦੀਯੁਰੱਪਾ ਪਾਰਟੀ ਦੇ ਲਈ ਇੱਕ ਜਾਇਦਾਦ ਦੇ ਨਾਲ-ਨਾਲ ਇੱਕ ਜ਼ਿੰਮੇਵਾਰ ਵੀ ਰਹੇ ਹਨ। ਡੈਂਡੀ BSY ਇੱਕ ਚਲਾਕ ਮੈਨੀਪੂਲੇਟਰ ਹਨ ਜੋ ਜਾਣਦੇ ਹਨ ਕਿ ਵਿਰੋਧੀਆਂ ਕੋਲੋਂ ਸੱਤਾ ਨੂੰ ਕਿਵੇਂ ਖੋਹਣਾ ਹੈ। ਡੈਂਡੀ ਭਾਵੇਂ ਉਹ ਜਨਤਾ ਦਲ ਦਾ ਗੱਠਜੋੜ ਹੋਵੇ ਜਾਂ ਕਾਂਗਰਸ, ਡੈਂਡੀ ਉਹ ਦਲ ਬਦਲ ਅਤੇ ਪੈਸਿਆਂ ਨਾਲ ਨਿਭਾਉਣ ਦੇ ਦਹਾਕਿਆਂ ਪੁਰਾਣੇ ਟ੍ਰਿਕਸ ਤੋਂ ਚੰਗੀ ਤਰ੍ਹਾਂ ਜਾਣੂ ਹਨ। ਡੈਂਡੀ 2017 ਦੀਆਂ ਚੋਣਾਂ 'ਚ ਭਾਜਪਾ ਸਧਾਰਨ ਬਹੁਮਤ ਵੀ ਹਾਸਲ ਨਹੀਂ ਕਰ ਸਕੀ ਹੈ। ਡੈਂਡੀ ਭਾਜਪਾ ਨੂੰ ਬਾਹਰ ਰੱਖਣ ਲਈ ਕਾਂਗਰਸ ਅਤੇ ਜਨਤਾ ਦਲ ਇਸ ਦੇ ਆਗੂ ਕੁਮਾਰਸਵਾਮੀ ਦੇ ਮੁੱਖ ਮੰਤਰੀ ਵਜੋਂ ਸੱਤਾ ਦਾ ਗਠਨ ਕੀਤਾ। ਡੈਂਡੀ ਯੇਦੀਯੁਰੱਪਾ ਨੇ 2019 'ਚ ਇਸ ਸਰਕਾਰ ਨੂੰ
ਡੇਗ ਦਿੱਤਾ ਅਤੇ ਚੌਥੀ ਵਾਰ ਮੁੱਖ ਮੰਤਰੀ ਬਣ ਗਏ। ਡੰਡੀ ਕਿੱਥੇ 22 ਜੁਲਾਈ ਨੂੰ ਮਹਾਰਾਸ਼ਟਰ ਦੀਆਂ ਕਈ ਥਾਵਾਂ 'ਤੇ 24 ਘੰਟਿਆਂ 'ਚ ਸਧਾਰਨ ਤੋਂ 344% ਵੱਧ ਵਰਖਾ ਰਿਕਾਰਡ ਕੀਤੀ ਗਈ, ਜਿਸ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਹਾਲਾਤ ਬਹੁਤ ਹੀ ਮਾੜੇ ਹੋ ਗਏ। ਡੰਡੀ ਸੂਬੇ 'ਚ 26 ਜੁਲਾਈ ਤੱਕ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਮ੍ਰਿਤਕਾਂ ਦੀ ਗਿਣਤੀ 164 ਦਾ ਅੰਕੜਾ ਪਾਰ ਕਰ ਚੁੱਕੀ ਹੈ। ਡੰਡੀ ਪੱਛਮੀ ਮਹਾਰਾਸ਼ਟਰ ਅਤੇ ਤੱਟਵਰਤੀ ਕੋਂਕਣ ਦਾ ਪੂਰਾ ਖੇਤਰ ਪਾਣੀ 'ਚ ਡੁੱਬ ਗਿਆ ਅਤੇ ਚੁਪਲੀਨ ਸ਼ਹਿਰ ਤਾਂ ਪਾਣੀ 'ਚ ਲਗਭਗ ਡੁੱਬ ਹੀ ਗਿਆ। ਡੰਡੀ ਇਸੇ ਦਿਨ ਪਨਾਮਾ ਅਤੇ ਕੋਟਸਟਾਈਕ ਵਿੱਚ 6.8 ਤੀਬਰਤਾ ਅਤੇ ਰਾਜਸਥਾਨ ਦੇ ਬੀਕਾਨੇਰ ਸਮੇਤ ਕਈ ਥਾਵਾਂ 'ਤੇ 4.8 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ। ਡੰਡੀ 24 ਜੁਲਾਈ ਨੂੰ ਉੱਤਰਕਾਸ਼ੀ 'ਚ 3.4 ਤੀਬਰਤਾ ਅਤੇ ਫਿਲੀਪੀਨਜ਼ ਵਿਖੇ 6.7 ਤੀਬਰਤਾ ਦੇ ਭੂਚਾਲ ਆਏ। 24 ਜੁਲਾਈ ਤੱਕ ਅਮਰੀਕਾ ਦੇ 13 ਸੂਬਿਆਂ 'ਚ 85 ਥਾਵਾਂ 'ਤੇ ਜੰਗਲਾਂ 'ਚ ਲੱਗੀ ਅੱਗ ਕਾਰਨ 14 ਲੱਖ ਏਕੜ ਇਲਾਕਾ ਸੜ ਕੇ ਤਬਾਹ ਹੋ ਗਿਆ। ਡੰਡੀ 25 ਜੁਲਾਈ ਨੂੰ ਨਿਊਜ਼ੀਲੈਂਡ ਦੇ ਕੇਰਮਾਡੈਡ ਟਾਪੂ ਦੇ ਨੇੜੇ 8.6 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਿਮਾਚਲ ਦੇ ਕਿਨੌਰ 'ਚ ਜ਼ਮੀਨ ਖਿਸਕਣ ਪਿੱਛੋਂ ਇੱਕ ਮੁਸਾਫਰ ਮੋਟਰ ਗੱਡੀ 'ਤੇ ਚਟਾਨਾਂ ਡਿੱਗਣ ਕਾਰਨ 9 ਸੈਲਾਨੀਆਂ ਦੀ ਜਾਨ ਚਲੀ ਗਈ ਅਤੇ ਬੈਲਜੀਅਮ 'ਚ ਮੀਂਹ ਅਤੇ ਹੜ੍ਹ ਕਾਰਨ ਮਰਨ ਵਾਲਿਆਂ ਦਾ ਅੰਕੜਾ 36 ਤੱਕ ਪਹੁੰਚ ਗਿਆ। ਡੰਡੀ ਇਸੇ ਦਿਨ ਨਾਰਵੇ ਦੀ ਰਾਜਧਾਨੀ ਓਸਲੋ ਦੇ ਦੱਖਣ 'ਚ ਦੇਰ ਰਾਤ ਤੇਜ਼ ਆਵਾਜ਼ ਨਾਲ ਉਲਕਾ ਪਿੰਡ ਡਿੱਗਾ। ਡੰਡੀ ਇਸ ਦੀ ਆਵਾਜ਼ ਅਤੇ ਤੇਜ਼ ਰੌਸ਼ਨੀ ਕਾਰਨ ਲੋਕ ਦਹਿਲ ਗਏ ਅਤੇ ਇਹ ਪ੍ਰਕਾਸ਼ ਪੁੰਜ ਅਤੇ ਆਵਾਜ਼ ਕੁਝ ਹੀ ਪਲਾਂ 'ਚ ਗਾਇਬ ਹੋ ਗਈ। ਡੰਡੀ 26 ਜੁਲਾਈ ਨੂੰ ਹੈਦਰਾਬਾਦ ਦੇ ਦੱਖਣੀ ਇਲਾਕੇ 'ਚ ਰਿਕਟਰ ਪੈਮਾਨਾ 'ਤੇ 4.00 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਡੰਡੀ ਵਿਗਿਆਨੀਆਂ ਨੇ ਗਲੋਬਲ ਵਾਰਮਿੰਗ ਕਾਰਨ ਪੌਣ ਪਾਣੀ ਦੀ ਤਬਦੀਲੀ ਅਤੇ ਗਲੇਸ਼ੀਅਰਾਂ ਦੇ ਪਿਘਲਣ ਕਾਰਨ ਸਮੁੰਦਰ ਦੇ ਪਾਣੀ ਦਾ ਪੱਧਰ ਵਧਣ ਅਤੇ ਅੰਨ੍ਹੇਵਾਹ ਉਦਯੋਗਿਕ ਵਿਕਾਸ ਨੂੰ ਕਈ ਆਫਤਾਂ ਦਾ ਕਾਰਨ ਦੱਸਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਜੇ ਕੁਦਰਤ ਨਾਲ ਬੇਲੋੜੀ ਛੇੜਛਾੜ ਨਾ ਕੀਤੀ ਗਈ ਤਾਂ 2070 ਤੱਕ ਧਰਤੀ ਦਾ ਤਾਪਮਾਨ ਇੰਨਾ ਵੱਧ ਜਾਵੇਗਾ ਕਿ ਇੱਥੇ ਰਹਿਣਾ ਮੁਸ਼ਕਲ ਹੋ ਜਾਵੇਗਾ। ਡੰਡੀ ਇਸ ਦੌਰਾਨ ਅਮਰੀਕੀ ਖੋਜਕਰਤਾਵਾਂ ਨੇ ਇਹ ਦਾਅਵਾ ਕੀਤਾ ਕਿ ਚੰਦਰਮਾ ਦੀ ਚਾਲ ਕਾਰਨ ਤੱਟੀ ਖੇਤਰਾਂ 'ਚ ਹੜ੍ਹ ਦਾ ਖਤਰਾ ਵੱਧਦਾ ਹੈ। ਡੰਡੀ ਉਹਨਾਂ ਮੁਤਾਬਕ ਪੌਣ ਪਾਣੀ ਦੀ ਤਬਦੀਲੀ ਕਾਰਨ ਵੱਧਦੇ ਸਮੁੰਦਰ ਦੇ ਪਾਣੀ ਦੇ ਪੱਧਰ ਦੇ ਨਾਲ ਚੰਦਰਮਾ ਆਪਣੇ ਪੰਧ ਤੋਂ ਡਗਮਗਾ ਜਾਵੇਗਾ, ਜਿਸ ਕਾਰਨ ਧਰਤੀ 'ਤੇ 2030 ਵਿੱਚ ਭਾਰੀ ਹੜ੍ਹ ਆ ਸਕਦਾ ਹੈ। ਡੰਡੀ ਯੇਦੀਯੁਰੱਪਾ ਭਾਜਪਾ ਲਈ ਅਹਿਮ ਕਿਉਂ ਹਨ? ਪ੍ਰਸ਼ਨ ਚਿੰਨ੍ਹ ਸਭ ਤੋਂ ਪਹਿਲਾਂ ਸੂਬੇ 'ਚ ਉਹਨਾਂ ਦੀ ਬਰਾਬਰੀ ਦਾ ਕੋਈ ਵੀ
ਲੰਗਾਇਤ ਨੇਤਾ ਨਹੀਂ ਹੈ ਡੰਡੀ, ਨਾ ਤਾਂ ਕਾਂਗਰਸ 'ਚ ਅਤੇ ਨਾ ਹੀ ਜਨਤਾ ਦਲ ਐਸ 'ਚ ਡੰਡੀ। ਭਾਜਪਾ ਨੇ ਵੀ ਦੂਜੀ ਪੰਕਤੀ ਦੀ ਲੀਡਰਸ਼ਿਪ ਨੂੰ ਵਿਕਸਿਤ ਨਹੀਂ ਕੀਤਾ ਹੈ ਡੰਡੀ। ਦੂਜੀ ਗੱਲ ਇਹ ਹੈ ਕਿ ਇਹ ਜਾਤੀ ਸਿਆਸੀ ਹੈ ਜੋ ਮੁੱਖ ਮੰਤਰੀ ਦੇ ਹੱਕ 'ਚ ਜਾਂਦੀ ਹੈ ਡੰਡੀ। ਲੰਗਾਇਤ ਸੂਬੇ ਦਾ ਇੱਕੋ ਇੱਕ ਸਭ ਤੋਂ ਅਹਿਮ ਭਾਈਚਾਰਾ ਹੈ ਡੰਡੀ। ਇਸ ਦੇ 17% ਲੋਕ ਹਨ ਡੰਡੀ। ਸੂਬੇ 'ਚ 500 ਮੱਠਾਂ 'ਚੋਂ ਵਧੇਰੇ ਲੰਗਾਇਤ ਮੱਠ ਹਨ ਡੰਡੀ। ਦੂਜੇ ਨੰਬਰ 'ਤੇ ਵੋਕਾਲਿੰਗਾ ਮੱਠ ਹੈ ਡੰਡੀ। ਇਹ ਭਾਈਚਾਰਾ ਸੂਬੇ ਦੀਆਂ 224 ਵਿਧਾਨ ਸਭਾ ਸੀਟਾਂ 'ਚੋਂ ਘੱਟੋ ਘੱਟ 90-100 'ਚ ਸੰਤੁਲਨ ਨੂੰ ਪ੍ਰਭਾਵਿਤ ਕਰ ਸਕਦਾ ਹੈ ਡੰਡੀ। ਸੰਤ ਜਿਨ੍ਹਾਂ ਨੂੰ ਵਿੱਤੀ ਪੱਖੋਂ ਮਜ਼ਬੂਤ ਹਮਾਇਤ ਹਾਸਲ ਹੈ ਖੁੱਲ੍ਹ ਕੇ ਯੇਦੀਯੁਰੱਪਾ ਦੀ ਹਮਾਇਤ ਕਰਦੇ ਹਨ ਡੰਡੀ। ਰਵਾਇਤੀ ਤੌਰ 'ਤੇ ਲੰਗਾਇਤ ਕਾਂਗਰਸ ਦੀ ਹਮਾਇਤ ਕਰਦੇ ਸਨ ਡੰਡੀ, ਪਰ 1970 ਦੇ ਦਹਾਕੇ 'ਚ ਉਹ ਉਸ ਤੋਂ ਦੂਰ ਹੋ ਗਏ ਡੰਡੀ। ਇਸ ਪਿੱਛੋਂ ਉਹ ਕੁਝ ਸਮੇਂ ਲਈ ਮੁੜ ਵਾਪਸ ਆਏ ਡੰਡੀ। ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਲੋਂ ਅਚਾਨਕ ਇੱਕ ਹਰਮਨ ਪਿਆਰੇ ਲੰਗਾਇਤ ਆਗੂ ਵਰਿੰਦਰ ਪਾਇਲਟ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਪਿੱਛੋਂ ਲੰਗਾਇਤ ਭਾਈਚਾਰੇ ਨੇ ਕਾਂਗਰਸ ਕੋਲੋਂ ਆਪਣੀ ਹਮਾਇਤ ਵਾਪਸ ਲੈ ਲਈ ਡੰਡੀ। 1994 ਦੀਆਂ ਵਿਧਾਨ ਸਭਾ ਚੋਣਾਂ 'ਚੋਂ ਇਸ ਭਾਈਚਾਰੇ ਨੂੰ ਕਾਂਗਰਸ ਵਿਰੁੱਧ ਵੋਟਾਂ ਪਾਈ ਡੰਡੀ। ਇਹੀ ਉਹ ਸਮਾਂ ਸੀ ਜਦੋਂ ਯੇਦੀਯੁਰੱਪਾ ਲੰਗਾਇਤਾਂ ਦੇ ਪ੍ਰਮੁੱਖ ਚਿਹਰੇ ਵਜੋਂ ਉੱਭਰ ਕੇ ਸਾਹਮਣੇ ਆਈ ਡੰਡੀ। 2013 ਨੂੰ ਛੱਡ ਦਈਏ ਤਾਂ ਭਾਜਪਾ ਦੇ 30 ਤੋਂ ਵੱਧ ਲੰਗਾਇਤ ਵਿਧਾਇਕ ਸਨ ਡੰਡੀ। ਇਸ ਮੁਤਾਬਕ 2014 32, 2008 39 ਅਤੇ 2018 38 ਵਿਧਾਇਕ ਸਨ ਡੰਡੀ। ਯੇਦੀਯੁਰੱਪਾ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵਰਕਰਾਂ ਵਿੱਚੋਂ ਉੱਠੇ ਹਨ ਡੰਡੀ। 1983 ਅਤੇ 2013 ਦਰਮਿਆਨ ਕਰਨਾਟਕ ਵਿਧਾਨ ਸਭਾ ਦੇ ਉਹ 7 ਵਾਰ ਮੈਂਬਰ ਰਹੇ ਡੰਡੀ। ਉਹ ਸੰਘ 'ਚ ਉਸ ਸਮੇਂ ਸ਼ਾਮਲ ਹੋਏ ਜਦੋਂ ਉਹਨਾਂ ਦੀ ਉਮਰ ਸਿਰਫ 15 ਸਾਲ ਦੀ ਸੀ ਡੰਡੀ। ਉਹਨਾਂ ਜਨ ਸੰਘ 'ਚ ਆਪਣੇ ਪੈਰ ਟਿਕਾਏ ਡੰਡੀ। ਇੱਕ ਲੋਕ ਆਧਾਰ ਵਾਲੇ ਨੇਤਾ ਜਿਨ੍ਹਾਂ ਨੇ 2008 'ਚ ਦੱਖਣੀ ਭਾਰਤ 'ਚ ਪਹਿਲੀ ਭਾਜਪਾ ਸਰਕਾਰ ਬਣਵਾਈ, ਭ੍ਰਿਸ਼ਟਾਚਾਰ ਦੇ ਦੋਸ਼ਾਂ, ਭਾਈ ਭਤੀਜਾਵਾਦ ਅਤੇ ਅਸੰਤੋਸ਼ ਦੀਆਂ ਆਵਾਜ਼ਾਂ ਦੇ ਬਾਵਜੂਦ ਸੂਬੇ 'ਚ ਆਪਣੀ ਖਾਸ ਥਾਂ ਬਣਾਈ ਰੱਖੀ ਡੰਡੀ। ਉਹਨਾਂ ਦਾ ਕਰਨਾਟਕ 'ਚ ਤੇਜ਼ ਉਠਾਨ ਜ਼ਮੀਨੀ ਘਪਲੇ ਦਰਮਿਆਨ ਜਾ ਕੇ ਰੁਕਿਆ, ਜਿਸ ਦੀ ਕੀਮਤ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਛੱਡ ਕੇ ਅਦਾ ਕਰਨੀ ਪਈ ਡੰਡੀ। ਉਹ 2012 'ਚ ਭਾਜਪਾ 'ਚੋਂ ਬਾਹਰ ਆ ਗਏ ਅਤੇ ਆਪਣੀ ਖੁਦ ਦੀ ਪਾਰਟੀ ਕਰਨਾਟਕ ਜਨਤਾ ਪ੍ਰਕਾਸ਼ KJP ਬਣਾ ਲਈ ਡੰਡੀ। ਇਸ ਪਾਰਟੀ ਨੇ 2013 ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਜ਼ੋਰਦਾਰ ਝਟਕਾ ਦਿੱਤਾ ਡੰਡੀ। ਯੇਦੀਯੁਰੱਪਾ ਦੀ ਵਾਪਸੀ ਨੇ 2014 ਦੀਆਂ ਆਮ ਚੋਣਾਂ 'ਚ ਲੰਗਾਇਤ ਵੋਟ ਆਧਾਰ ਨੂੰ ਮੁੜ ਮਜ਼ਬੂਤ ਕੀਤਾ ਡੰਡੀ। ਉਹਨਾਂ ਨਾਲ ਨਜਿੱਠਣ ਦੌਰਾਨ ਭਾਜਪਾ ਦੀ ਲੀਡਰਸ਼ਿਪ ਨੂੰ ਇਹ ਗੱਲ ਆਪਣੇ ਧਿਆਨ 'ਚ ਰੱਖਣੀ ਹੋਵੇਗੀ ਡੰਡੀ। ਚੌਥੀ ਵਾਰ ਉਹਨਾਂ ਕਾਂਗਰਸ ਅਤੇ ਜਨਤਾ ਦਲ ਐਸ 'ਚੋਂ 18 ਵਿਧਾਇਕਾਂ ਦੀ ਦਲ ਬਦਲੀ
ਤਬਦੀਲੀ ਕਰਵਾ ਕੇ ਜੁਲਾਈ 2019 'ਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ। ਡੰਡੀ ਭਾਵੇਂ ਉਹ ਹੁਣ 78 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ, ਪਰ ਪਹਿਲਾਂ ਵਾਂਗ ਹੀ ਆਪਣੇ ਪਾਰਟੀ ਵਿਰੋਧੀਆਂ ਵੱਲੋਂ ਭ੍ਰਿਸ਼ਟਾਚਾਰ ਅਤੇ ਭਾਈ ਭਤੀਜਾਵਾਦ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਡੰਡੀ ਕਿਉਂਕਿ ਯੇਦੀਯੁਰੱਪਾ ਨੂੰ ਸ਼ਕਤੀਸ਼ਾਲੀ ਲੰਗਾਇਤਾਂ ਦੀ ਹਮਾਇਤ ਹਾਸਲ ਹੈ, ਭਾਜਪਾ ਉਹਨਾਂ ਨੂੰ ਬੇਧਿਆਨ ਨਹੀਂ ਕਰ ਸਕਦੀ। ਡੰਡੀ 2023 ਦੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਰਨਾਟਕ ਪਾਰਟੀ ਲਈ ਬਹੁਤ ਅਹਿਮ ਹੈ। ਡੰਡੀ BSY ਦੀ ਪਾਰੀ ਬੇਸ਼ੱਕ ਖਤਮ ਹੋ ਗਈ ਹੈ, ਪਰ ਭਾਜਪਾ ਹਾਈਕਮਾਨ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸੰਭਾਲਿਆ ਹੈ। ਡੰਡੀ ਇੱਕ ਜਨ ਨੇਤਾ ਹੋਣ ਦੇ ਨਾਤੇ ਉਹ ਅਜੇ ਵੀ ਲੰਗਾਇਤ ਵੋਟਾਂ ਨੂੰ ਲਾਮਬੰਦ ਕਰ ਸਕਦੇ ਹਨ। ਡੰਡੀ ਉਹਨਾਂ ਦੇ ਜਾਨਸ਼ੀਨ ਲਈ ਅੱਗੇ ਔਖਾ ਕੰਮ ਹੈ। ਡੰਡੀ ਕਰਨਾਟਕ ਇੱਕ ਅਜਿਹਾ ਸੂਬਾ ਹੈ ਜਿੱਥੇ ਸਭ ਨੂੰ ਨਾਲ ਲੈ ਕੇ ਚੱਲਣਾ ਹੋਵੇਗਾ, ਕਿਉਂਕਿ ਉੱਥੇ ਧੜੇਬੰਦੀ ਹਮੇਸ਼ਾ ਹੀ ਰਹਿੰਦੀ ਹੈ। ਡੰਡੀ ਕੋਵਿਡ ਤੋਂ ਪਹਿਲਾਂ ਹੀ ਦੇਸ਼ ਦੀਆਂ ਨਿਆਂ ਵਿਵਸਥਾ ਦੀ ਹਾਲਤ ਚੰਗੀ ਨਹੀਂ ਸੀ। ਡੰਡੀ ਆਪਣੇ ਦੇਸ਼ 'ਚ 73% ਅਪਰਾਧਕ ਮਾਮਲਿਆਂ 'ਚ ਫੈਸਲਾ ਆਉਣ 'ਚ 1 ਸਾਲ ਤੋਂ ਵੱਧ ਦਾ ਸਮਾਂ ਲੱਗ ਰਿਹਾ ਸੀ। ਡੰਡੀ ਇਸ ਦੇ ਮੁਕਾਬਲੇ ਆਸਟ੍ਰੇਲੀਆ 'ਚ ਸਿਰਫ 4% ਅਪਰਾਧਕ ਮਾਮਲਿਆਂ ਬਾਰੇ 1 ਸਾਲ ਤੋਂ ਵੱਧ ਸਮੇਂ 'ਚ ਫੈਸਲਾ ਕੀਤਾ ਜਾਂਦਾ ਹੈ। ਡੰਡੀ ਬਾਕੀ ਦੇ 96% ਮਾਮਲੇ 1 ਸਾਲ ਤੋਂ ਵੀ ਘੱਟ ਸਮੇਂ 'ਚ ਤੈਅ ਕਰ ਦਿੱਤੇ ਜਾਂਦੇ ਹਨ। ਡੰਡੀ ਕਹਿਣ ਦੀ ਲੋੜ ਨਹੀਂ ਕਿ 73 ਅਤੇ 4% ਦਾ ਫਾਸਲਾ ਬਹੁਤ ਡੂੰਘਾ ਹੈ। ਡੰਡੀ ਭਰਾ ਸਾਡੀ ਇਹ ਹਾਲਤ ਉਦੋਂ ਸੀ ਜਦੋਂ ਕੋਵਿਡ ਤੋਂ ਪਹਿਲਾਂ ਸਾਡੀਆਂ ਅਦਾਲਤਾਂ 'ਚ ਪੈਂਡਿੰਗ ਪਟੀਸ਼ਨਾਂ ਦੀ ਗਿਣਤੀ 'ਚ ਖਾਸ ਵਾਧਾ ਨਹੀਂ ਹੋ ਰਿਹਾ ਹੈ। ਡੰਡੀ ਸਾਲ 2019 'ਚ 1.16 ਲੱਖ ਪਟੀਸ਼ਨਾਂ ਹਰ ਮਹੀਨੇ ਦਾਇਰ ਕੀਤੀਆਂ ਗਈਆਂ ਸਨ, ਜਦੋਂ ਕਿ 1.10 ਲੱਖ ਪਟੀਸ਼ਨਾਂ 'ਤੇ ਫੈਸਲਾ ਹਰ ਮਹੀਨੇ ਦਿੱਤਾ ਗਿਆ। ਡੰਡੀ ਪੈਂਡਿੰਗ ਪਟੀਸ਼ਨਾਂ ਦੀ ਗਿਣਤੀ 'ਚ ਹਰ ਸਾਲ ਸਿਰਫ 6000 ਦਾ ਵਾਧਾ ਹੋ ਰਿਹਾ ਸੀ। ਡੰਡੀ ਕੋਵਿਡ ਦੇ ਸਮੇਂ ਅਪ੍ਰੈਲ 2020 'ਚ 85,000 ਨਵੀਆਂ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ। ਡੰਡੀ ਜਦੋਂ ਕਿ ਫੈਸਲਾ ਸਿਰਫ 35,000 ਦਾ ਹੋਇਆ। ਡੰਡੀ ਭਾਵ ਇਹ ਕਿ 48,000 ਨਵੀਆਂ ਪਟੀਸ਼ਨਾਂ ਪੈਂਡਿੰਗ ਰਹਿ ਗਈਆਂ। ਡੰਡੀ ਸਪਸ਼ਟ ਹੈ ਕਿ ਕੋਵਿਡ ਦੇ ਸਮੇਂ ਸਾਡੀ ਨਿਆਂ ਵਿਵਸਥਾ ਬਿਲਕੁਲ ਚਰਮਰਾ ਗਈ ਸੀ। ਡੰਡੀ ਇਨਸਾਫ 'ਚ ਦੇਰੀ ਦਾ ਆਰਥਿਕ ਵਿਕਾਸ 'ਤੇ ਕਈ ਤਰ੍ਹਾਂ ਨਾਲ ਉਲਟ ਅਸਰ ਪੈਂਦਾ ਹੈ। ਡੰਡੀ ਪਹਿਲਾ ਇਹ ਕਿ ਸਾਰੀ ਪੂੰਜੀ ਲਾਹੇਵੰਦ ਰਹਿ ਜਾਂਦੀ ਹੈ। ਡੰਡੀ ਜਿਵੇਂ ਮੇਰੀ ਜਾਣਕਾਰੀ 'ਚ ਕਿਸੇ ਫੈਕਟਰੀ ਦੀ ਜ਼ਮੀਨ ਦਾ ਵਿਵਾਦ ਸੀ। ਡੰਡੀ ਹਾਈ ਕੋਰਟ 'ਚ ਇਸ ਵਿਵਾਦ ਦਾ ਫੈਸਲਾ ਆਉਣ 'ਚ 25 ਸਾਲ ਦਾ ਸਮਾਂ ਲੱਗ ਗਿਆ। ਡੰਡੀ ਉਸ ਤੋਂ ਬਾਅਦ ਜਿਹੜੀ ਧਿਰ ਹਾਰੀ ਉਸ ਨੇ ਮੁੜ ਵਿਚਾਰ ਪਟੀਸ਼ਨ ਦਾਇਰ ਕਰ ਦਿੱਤੀ। ਡੰਡੀ ਮੁੜ ਵਿਚਾਰ ਪਟੀਸ਼ਨ 'ਤੇ ਫੈਸਲਾ ਆਉਣ ਪਿੱਛੋਂ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ। ਡੰਡੀ 40 ਸਾਲ ਦੇ ਲੰਬੇ ਸਮੇਂ 'ਚ ਦੇਸ਼ ਦੀ ਉਹ ਪੂੰਜੀ ਲਾਹੇਵੰਦ ਬਣੀ ਰਹੀ ਅਤੇ ਦੇਸ਼ ਦੀ
GDP 'ਚ ਇਸ ਦਾ ਯੋਗਦਾਨ ਨਹੀਂ ਹੋ ਸਕਿਆ। ਡੰਡੀ। ਇਸੇ ਲੜੀ 'ਚ ਵਿਸ਼ਵ ਬੈਂਕ ਨੇ ਅੰਦਾਜ਼ਾ ਲਾਇਆ ਹੈ ਕਿ ਨਿਆਂ 'ਚ ਦੇਰੀ ਨਾਲ ਭਾਰਤ ਦੀ GDP 'ਚ 0.5% ਦੀ ਗਿਰਾਵਟ ਆਉਂਦੀ ਹੈ, ਜਦਕਿ ਇੰਸਟੀਚਿਊਟ ਆਫ ਇਕਨੋਮਿਕਸ ਐਂਡ ਪੀਸ ਨੇ ਅੰਦਾਜ਼ਾ ਲਾਇਆ ਹੈ ਕਿ ਅਪਰਾਧਿਕ ਮਾਮਲਿਆਂ 'ਚ ਨਿਆਂ 'ਚ ਦੇਰੀ ਹੋਣ ਨਾਲ ਅਪਰਾਧੀਆਂ 'ਚ ਹਿੰਸਾ ਵੱਧਦੀ ਹੈ, ਜਿਸ ਕਾਰਨ ਸਾਡੀ GDP 'ਚ 9% ਤੱਕ ਦੀ ਗਿਰਾਵਟ ਆਉਂਦੀ ਹੈ। ਜਦੋਂ ਨਿਆਂ ਜਲਦੀ ਨਹੀਂ ਮਿਲਦਾ ਤਾਂ ਗਲਤ ਕੰਮ ਕਰਨ ਵਾਲਿਆਂ ਨੂੰ ਸ਼ਹਿ ਮਿਲਦੀ ਹੈ। ਡੰਡੀ। ਜਿਵੇਂ ਜੇ ਕਿਸੇ ਕਿਰਾਏਦਾਰ ਨੂੰ ਮਕਾਨ ਖਾਲੀ ਕਰਨਾ ਸੀ ਅਤੇ ਉਸਨੇ ਨਹੀਂ ਕੀਤਾ। ਡੰਡੀ। ਜੇ ਮਕਾਨ ਮਾਲਕ ਅਦਾਲਤ 'ਚ ਗਿਆ ਤਾਂ ਉਸ ਪਟੀਸ਼ਨ 'ਚ 10 ਸਾਲ ਲੱਗ ਗਏ। ਡੰਡੀ। ਕਿਰਾਏਦਾਰ ਨੂੰ ਕਮਰਾ ਖਾਲੀ ਨਾ ਕਰਨ ਦਾ ਇਸ ਤਰ੍ਹਾਂ ਉਤਸ਼ਾਹ ਮਿਲਦਾ ਹੈ। ਡੰਡੀ। ਉਹ ਸਮਝਦਾ ਹੈ ਕਿ ਅਦਾਲਤ ਤੋਂ ਫੈਸਲਾ ਆਉਣ 'ਚ ਬਹੁਤ ਦੇਰ ਲੱਗ ਜਾਏਗੀ। ਡੰਡੀ। ਉਦੋਂ ਤੱਕ ਉਹ ਗੈਰ ਕਾਨੂੰਨੀ ਆਨੰਦ ਮਨਾਉਂਦਾ ਰਹੇਗਾ। ਡੰਡੀ। ਨਿਆਂ 'ਚ ਦੇਰੀ ਕਾਰਨ ਅਪਰਾਧੀਆਂ ਦਾ ਮਨੋਬਲ ਵੱਧਦਾ ਹੈ। ਡੰਡੀ। ਇਸ ਕਾਰਨ ਮੁੜ ਆਰਥਿਕ ਵਿਕਾਸ ਪ੍ਰਭਾਵਿਤ ਹੁੰਦਾ ਹੈ। ਡੰਡੀ। ਪਾਰਾ। ਨਿਆਂ ਵਿਵਸਥਾ ਦੀ ਮਾੜੀ ਹਾਲਤ ਦਾ ਇੱਕ ਸਿੱਟਾ ਇਹ ਹੈ ਕਿ ਆਪਣੇ ਦੇਸ਼ 'ਚ ਘੱਟੋ ਘੱਟ 5000 ਅਮੀਰ ਵਿਅਕਤੀ ਹਰ ਸਾਲ ਆਪਣੀ ਸੰਪੂਰਨ ਪੂੰਜੀ ਲੈ ਕੇ ਹਿਜਰਤ ਕਰ ਰਹੇ ਹਨ। ਡੰਡੀ। ਦੇਸ਼ ਦਾ ਸਮਾਜਿਕ ਵਾਤਾਵਰਣ ਉਹਨਾਂ ਲਈ ਢੁਕਵਾਂ ਨਹੀਂ ਹੈ, ਕਿਉਂਕਿ ਅਪਰਾਧੀ ਤਾਨਾਸ਼ਾਹ ਹਨ ਅਤੇ ਇਸ ਦਾ ਇੱਕ ਮੁੱਖ ਕਾਰਨ ਨਿਆਂ ਵਿਵਸਥਾ ਦੀ ਮਾੜੀ ਹਾਲਤ ਵੀ ਹੈ। ਡੰਡੀ। ਇਸ ਸਥਿਤੀ 'ਚ ਸੁਪਰੀਮ ਕੋਰਟ ਅਤੇ ਸਰਕਾਰ ਵੱਲੋਂ 4 ਕਦਮ ਚੁੱਕੇ ਜਾ ਸਕਦੇ ਹਨ। ਡੰਡੀ। ਪਹਿਲਾ ਕਦਮ ਇਹ ਕਿ ਸੁਪਰੀਮ ਕੋਰਟ ਅਤੇ ਹਾਈ ਕੋਰਟ 'ਚ ਮੌਜੂਦਾ ਸਮੇਂ 'ਚ 1079 ਅਹੁਦਿਆਂ 'ਚੋਂ 403 ਭਾਵ 37% ਅਹੁਦੇ ਖਾਲੀ ਹਨ। ਡੰਡੀ। ਮੇਰੀ ਜਾਣਕਾਰੀ 'ਚ ਇਸ ਦਾ ਕਾਰਨ ਮੁੱਖ ਰੂਪ 'ਚ ਜੱਜਾਂ ਦੀ ਘੱਟ ਸਰਗਰਮੀ ਜਾਂ ਕਿਸੇ ਰੂਪ 'ਚ ਆਲਸ ਹੈ। ਡੰਡੀ। ਉਹ ਢੁਕਵੀਂ ਗਿਣਤੀ 'ਚ ਜੱਜਾਂ ਦੀ ਨਿਯੁਕਤੀ ਲਈ ਪ੍ਰਸਤਾਵ ਸਰਕਾਰ ਨੂੰ ਨਹੀਂ ਭੇਜ ਰਹੇ। ਡੰਡੀ। ਨਿਯੁਕਤੀਆਂ 'ਚ ਭਾਈ ਭਤੀਜਾਵਾਦ ਬਾਰੇ ਸਭ ਨੂੰ ਪਤਾ ਹੈ। ਡੰਡੀ। ਜੱਜ ਦੇ ਅਹੁਦੇ 'ਤੇ ਜੱਜਾਂ ਦੇ ਪਰਿਵਾਰਕ ਮੈਂਬਰਾਂ ਦੀ ਨਿਯੁਕਤੀ ਵਧੇਰੇ ਗਿਣਤੀ 'ਚ ਹੁੰਦੀ ਹੈ। ਡੰਡੀ। ਸੰਭਵ ਹੈ ਕਿ ਮੁੱਖ ਜੱਜ ਵੱਲੋਂ ਲੋੜੀਂਦੀ ਗਿਣਤੀ 'ਚ ਨਿਯੁਕਤੀ ਦੇ ਪ੍ਰਸਤਾਵ ਨਾ ਭੇਜਣ ਦਾ ਇਹ ਵੀ ਇੱਕ ਕਾਰਨ ਹੋਵੇ। ਡੰਡੀ। ਸੁਪਰੀਮ ਕੋਰਟ ਨੂੰ ਇਸ ਸੰਬੰਧੀ ਹਾਈ ਕੋਰਟਾਂ ਦੇ ਚੀਫ ਜਸਟਿਸਾਂ ਨੂੰ ਸਖਤ ਹੁਕਮ ਦੇਣੇ ਚਾਹੀਦੇ ਹਨ ਕਿ ਅਹੁਦੇ ਦੇ ਖਾਲੀ ਹੋਣ ਤੋਂ 3 ਤੋਂ 6 ਮਹੀਨੇ ਪਹਿਲਾਂ ਹੀ ਲੋੜੀਂਦੀ ਗਿਣਤੀ 'ਚ ਨਿਯੁਕਤੀ ਬਾਰੇ ਸਿਫਾਰਿਸ਼ ਭੇਜ ਦੇਣੀ ਚਾਹੀਦੀ ਹੈ। ਡੰਡੀ। ਦੂਜਾ ਕਦਮ ਇਹ ਕਿ ਅਦਾਲਤ ਦੇ ਕੰਮ ਦੇ ਦਿਨਾਂ ਦੀ ਗਿਣਤੀ 'ਚ ਵਾਧਾ ਕੀਤਾ ਜਾਵੇ। ਇੱਕ ਗਿਣਤੀ ਮੁਤਾਬਕ ਸੁਪਰੀਮ ਕੋਰਟ 'ਚ ਇੱਕ ਸਾਲ 'ਚ 199 ਦਿਨ ਕੰਮ ਹੁੰਦਾ ਹੈ, ਹਾਈ ਕੋਰਟਾਂ 'ਚ 232 ਦਿਨ ਅਤੇ ਹੇਠਲੀਆਂ ਅਦਾਲਤਾਂ 'ਚ 244 ਦਿਨ। ਡੰਡੀ। ਇਸ ਦੀ ਤੁਲਨਾ 'ਚ ਆਮ ਸਰਕਾਰੀ ਮੁਲਾਜ਼ਮ ਨੂੰ ਸਾਲ 'ਚ ਲਗਭਗ 280 ਦਿਨ ਕੰਮ ਕਰਨਾ ਪੈਂਦਾ ਹੈ। ਡੰਡੀ। ਦੇਸ਼ ਦੇ ਆਮ ਮਜ਼ਦੂਰਾਂ ਨੂੰ ਸ਼ਾਇਦ 340 ਦਿਨ ਕੰਮ ਕਰਨਾ ਪੈਂਦਾ ਹੈ। ਡੰਡੀ। ਮਜ਼ਦੂਰ 340 ਦਿਨ ਕੰਮ ਕਰਨ ਅਤੇ ਉਹਨਾਂ ਨੂੰ
ਇਨਸਾਫ ਦਿਵਾਉਣ ਲਈ ਨਿਯੁਕਤ ਜੱਜ ਸਿਰਫ 199 ਦਿਨ ਹੀ ਕੰਮ ਕਰਨ ਇਹ ਲਈ ਨਿਯੁਕਤ ਜੱਜ ਸਿਰਫ 199 ਦਿਨ ਹੀ ਕੰਮ ਕਰਨ ਇਹ ਕਿਹੋ ਜਿਹਾ ਨਿਆਂ ਹੈ? ਪ੍ਰਸ਼ਨ ਚਿੰਨ੍ਹ। ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜ ਘਰ 'ਚ ਛੁੱਟੀ ਕਰਨ ਅਤੇ ਅਪਰਾਧਕ ਮਾਮਲਿਆਂ ਦੇ ਬਿਨਾਂ ਅਪਰਾਧ ਵਾਲੇ ਲੋਕ ਜੇਲ੍ਹਾਂ 'ਚ ਬੰਦ ਰਹਿਣ, ਇਹ ਕਿਹੋ ਜਿਹਾ ਨਿਆਂ ਹੈ? ਪ੍ਰਸ਼ਨ ਚਿੰਨ੍ਹ। ਮੈਂ ਸਮਝਦਾ ਹਾਂ ਕਿ ਸੁਪਰੀਮ ਕੋਰਟ ਨੂੰ ਖੁਦ ਹੀ ਨੋਟਿਸ ਲੈ ਕੇ ਆਪਣੇ ਕੰਮ ਕਰਨ ਦੇ ਦਿਨਾਂ 'ਚ ਵਾਧਾ ਕਰਨਾ ਚਾਹੀਦਾ ਹੈ, ਕਿਉਂਕਿ ਲੋਕਾਂ ਨੂੰ ਨਿਆਂ ਮੁਹੱਈਆ ਕਰਵਾਉਣ ਦੀ ਮੁੱਢਲੀ ਜ਼ਿੰਮੇਵਾਰੀ ਉਹਨਾਂ ਦੀ ਹੈ। ਡੰਡੀ। ਤੀਸਰਾ ਕਦਮ ਇਹ ਕਿ ਬੇਲੋੜੀ ਤਰੀਕ ਨਾ ਦਿੱਤੀ ਜਾਵੇ। ਡੰਡੀ। ਜੱਜਾਂ ਅਤੇ ਵਕੀਲਾਂ ਦਾ ਇੱਕ ਅਪਵਿੱਤਰ ਗੱਠਜੋੜ ਬਣ ਗਿਆ ਹੈ। ਡੰਡੀ। ਵਧੇਰੇ ਪਟੀਸ਼ਨਾਂ 'ਚ ਵਕੀਲਾਂ ਵੱਲੋਂ ਹਰ ਸੁਣਵਾਈ ਦੀ ਵੱਖਰੀ ਫੀਸ ਲਈ ਜਾਂਦੀ ਹੈ। ਡੰਡੀ। ਇਸ ਲਈ ਜਿੰਨੀ ਵਾਰ ਸੁਣਵਾਈ ਮੁਲਤਵੀ ਹੋਵੇ ਅਤੇ ਜਿੰਨੀ ਦੇਰ ਨਾਲ ਅਦਾਲਤ ਵੱਲੋਂ ਫੈਸਲਾ ਸੁਣਾਇਆ ਜਾਵੇ, ਓਨਾ ਹੀ ਵਕੀਲਾਂ ਦੇ ਹਿੱਤਾਂ 'ਚ ਹੁੰਦਾ ਹੈ। ਡੰਡੀ। ਵਧੇਰੇ ਵਕੀਲ ਹੀ ਜੱਜ ਬਣਦੇ ਹਨ। ਡੰਡੀ। ਆਪਣੀ ਬਰਾਦਰੀ ਦੇ ਹਿੱਤਾਂ ਦੀ ਉਹ ਰਾਖੀ ਕਰਦੇ ਹਨ। ਡੰਡੀ। ਇਸ ਗੱਠਜੋੜ ਨੂੰ ਤੋੜਨ ਲਈ ਸੁਪਰੀਮ ਕੋਰਟ ਨੂੰ ਹੁਕਮ ਦੇਣਾ ਚਾਹੀਦਾ ਹੈ ਕਿ ਕਿਸੇ ਵੀ ਮਾਮਲੇ 'ਚ ਕੋਈ ਵਕੀਲ ਇੱਕ ਵਾਰ ਤੋਂ ਵੱਧ ਤਰੀਕ ਨਾ ਲਏ। ਡੰਡੀ। ਇਸ ਦੀ ਮਿਸਾਲ ਖੁਦ ਸੁਪਰੀਮ ਕੋਰਟ ਨੂੰ ਪੇਸ਼ ਕਰਨੀ ਚਾਹੀਦੀ ਹੈ। ਡੰਡੀ। ਚੌਥਾ ਕਦਮ ਇਹ ਕਿ ਵਰਚੁਅਲ ਹੀਅਰਿੰਗ ਨੂੰ ਹੱਲਾਸ਼ੇਰੀ ਦਿੱਤੀ ਜਾਵੇ। ਡੰਡੀ। ਇਸ ਨਾਲ ਦੂਰ ਦਰਾਜ ਦੇ ਖੇਤਰਾਂ 'ਚ ਸਥਿਤ ਵਕੀਲਾਂ ਲਈ ਮਾਮਲੇ ਦੀ ਪੈਰਵੀ ਕਰਨੀ ਸੌਖੀ ਹੋ ਜਾਵੇਗੀ। ਡੰਡੀ। ਵਰਚੁਅਲ ਹੀਅਰਿੰਗ ਦੀ ਜਾਣਕਾਰੀ ਲੋਕਾਂ ਨੂੰ ਦੇਣੀ ਚਾਹੀਦੀ ਹੈ। ਡੰਡੀ। ਸਾਡੇ ਕਾਨੂੰਨ 'ਚ ਕਿਸੇ ਵੀ ਪਟੀਸ਼ਨ ਨੂੰ ਖੁਦ ਅਪਣਾ ਕੇ ਮਾਮਲੇ 'ਚ ਦਲੀਲ ਦੇਣ ਦਾ ਅਧਿਕਾਰ ਹੈ। ਡੰਡੀ। ਵਰਚੁਅਲ ਹੀਅਰਿੰਗ ਰਾਹੀਂ ਪਟੀਸ਼ਨਰ ਖੁਦ ਆਪਣੀ ਪਟੀਸ਼ਨ ਦੀ ਪੈਰਵੀ ਆਸਾਨੀ ਨਾਲ ਕਰ ਸਕਦਾ ਹੈ। ਡੰਡੀ। ਵਰਚੁਅਲ ਹੀਅਰਿੰਗ ਦਾ ਵਕੀਲਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਜੋ ਕਿ ਉਚਿਤ ਨਹੀਂ। ਡੰਡੀ। ਸਹੀ ਹੈ ਕਿ ਲਗਭਗ ਅੱਧੇ ਵਕੀਲਾਂ ਦੇ ਕੋਲ ਲੈਪਟਾਪ ਨਹੀਂ ਹੋਵੇਗਾ, ਪਰ ਕੋਵਿਡ ਦੀ ਸਥਿਤੀ ਨੂੰ ਦੇਖਦੇ ਹੋਏ ਅਤੇ ਲੋਕਾਂ ਨੂੰ ਤੁਰੰਤ ਇਨਸਾਫ ਮੁਹੱਈਆ ਕਰਵਾਉਣ ਦੀ ਉਹਨਾਂ ਦੀ ਜ਼ਿੰਮੇਵਾਰੀ ਨੂੰ ਦੇਖਦੇ ਹੋਏ ਉਹਨਾਂ ਲਈ ਲੈਪਟਾਪ 'ਤੇ ਕੰਮ ਕਰਨਾ ਨੂੰ ਜ਼ਰੂਰੀ ਕਰਾਰ ਦਿੱਤਾ ਜਾਣਾ ਚਾਹੀਦਾ ਹੈ। ਡੰਡੀ। ਕੌਮਾਂਤਰੀ ਸੰਬੰਧਾਂ 'ਚ ਭੂਗੋਲ ਹਮੇਸ਼ਾ ਇੱਕ ਅਹਿਮ ਧਾਰਨਾ ਰਿਹਾ ਹੈ। ਡੰਡੀ। ਦੁਨੀਆ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਖੇਤਰ ਦੇ ਕੰਟਰੋਲ ਨੇ ਵੱਖ-ਵੱਖ ਦੇਸ਼ਾਂ ਨੂੰ ਜੰਗ ਵੱਲ ਧੱਕਿਆ। ਡੰਡੀ। ਨਾਲ ਹੀ ਅਸੀਂ ਇਸ ਗੱਲ ਨੂੰ ਵੀ ਬੇਧਿਆਨ ਨਹੀਂ ਕਰ ਸਕਦੇ ਕਿ ਕੌਮਾਂਤਰੀ ਸੰਬੰਧਾਂ 'ਚ ਵੀ ਲਗਾਤਾਰ ਤਬਦੀਲੀ ਇੱਕ ਅਹਿਮ ਗੱਲ ਹੈ। ਡੰਡੀ। ਇੰਝ ਹੀ ਕਰਨ ਬਾਰੇ ਅੱਜ ਜਦੋਂ ਅਸੀਂ ਭੂਗੋਲ, ਖੇਤਰ, ਜੰਗ ਆਦਿ ਦੇ ਤੱਥਾਂ ਨੂੰ ਸਮਝਦੇ ਹਾਂ ਤਾਂ ਇਸ 'ਚ ਨਵੇਂ ਆਯਾਮਾਂ ਨੂੰ ਬੇਧਿਆਨ ਨਹੀਂ ਕੀਤਾ ਜਾ ਸਕਦਾ। ਡੰਡੀ। ਅਸੀਂ ਸਭ ਜਾਣਦੇ ਹਾਂ ਕਿ ਕੌਮਾਂਤਰੀ ਰਾਜ ਇੱਕ ਸਰਗਰਮ ਖੇਤਰ ਹੈ। ਡੰਡੀ। ਇਸ 'ਚ ਕੌਮਾਂਤਰੀਕਰਨ ਦੀ ਪ੍ਰਮੁੱਖ ਭੂਮਿਕਾ ਹੈ। ਡੰਡੀ। ਕੌਮਾਂਤਰੀਕਰਨ ਨੇ
ਕੌਮਾਂਤਰੀ ਸਬੰਧਾਂ ਦੇ ਰੂਪ ਨੂੰ ਬਦਲ ਦਿੱਤਾ ਹੈ। ਡੰਡੀ ਭੂਗੋਲ ਦੀ ਧਾਰਨਾ 'ਚ ਵੀ ਤਬਦੀਲੀ ਦੇਖੀ ਗਈ ਹੈ, ਕਿਉਂਕਿ ਤਕਨੀਕੀ ਨਵਾਚਾਰ ਦੇ ਸਾਹਮਣੇ ਆਉਣ ਸੰਚਾਰ 'ਚ ਪ੍ਰਗਤੀ ਕਾਰਨ ਕੌਮਾਂਤਰੀ ਅਤੇ ਘਰੇਲੂ ਪੱਖ ਕੀ ਹਨ ਸੰਬੰਧੀ ਦਲੀਲਾਂ 'ਚ ਕਈ ਨਵੀਆਂ ਚੁਣੌਤੀਆਂ ਖੜ੍ਹੀਆਂ ਹੋਈਆਂ। ਡੰਡੀ ਅੱਜ ਜਦੋਂ ਅਸੀਂ ਜ਼ਮੀਨ ਦੇ ਖੇਤਰ ਬਾਰੇ ਸੋਚਦੇ ਹਾਂ ਤਾਂ ਸਾਈਬਰ ਸਪੇਸ ਇੱਕ ਬਦਲਵਾਂ ਭੂਗੋਲਿਕ ਖੇਤਰ ਬਣ ਗਿਆ ਹੈ। ਡੰਡੀ ਇਸ ਸੰਦਰਭ 'ਚ ਇੱਕ ਹੋਰ ਗੱਲ ਇਹ ਰੱਖੀ ਜਾਂਦੀ ਹੈ ਕਿ ਪਹਿਲਾਂ ਜਿੱਥੇ ਜੰਗ ਦਾ ਵਿਚਾਰ ਸਿਰਫ ਫੌਜੀ ਸੀ ਅਤੇ ਅੱਜ ਵਪਾਰ ਜੰਗ ਨੇ ਦਿਖਾਇਆ ਕਿ ਜੰਗ ਆਰਥਿਕ ਸਾਧਨਾਂ ਰਾਹੀਂ ਵੀ ਹੋ ਸਕਦਾ ਹੈ। ਡੰਡੀ ਕੌਮਾਂਤਰੀ ਅਤੇ ਘਰੇਲੂ ਰਾਜ ਚੁਣੌਤੀ ਵਜੋਂ ਸਾਈਬਰ ਸਪੇਸ ਦੀ ਅਹਿਮੀਅਤ ਨੂੰ ਦੇਖਦੇ ਹੋਏ ਅਮਰੀਕਾ 'ਚ ਰਾਸ਼ਟਰਪਤੀ ਬਾਈਡਨ ਨੇ ਵੀ ਆਪਣੀ ਟਰਮ ਦੇ ਸ਼ੁਰੂ 'ਚ ਸਾਈਬਰ ਸੁਰੱਖਿਆ ਅਤੇ ਉਸ ਦੇ ਉਲੰਘਣ ਨਾਲ ਨਜਿੱਠਣ ਨੂੰ ਸਰਕਾਰ ਵੱਲੋਂ ਹਰ ਪੱਧਰ 'ਤੇ ਸਰਵਉੱਚ ਪਹਿਲ ਦੀ ਗੱਲ ਰੱਖੀ ਸੀ। ਡੰਡੀ ਹੁਣੇ ਜਿਹੇ ਹੀ ਅਮਰੀਕੀ ਸਹਿਯੋਗੀਆਂ ਦੇ ਗੱਠਜੋੜ ਜਿਸ 'ਚ ਵਾਈਟ ਹਾਊਸ ਸਮੇਤ ਨਾਟੋ, ਆਸਟ੍ਰੇਲੀਆ, ਬ੍ਰਿਟੇਨ, ਕੈਨੇਡਾ, ਜਾਪਾਨ ਆਦਿ ਨੇ ਵੀ ਚੀਨੀ ਸਰਕਾਰ 'ਤੇ ਸਾਈਬਰ ਸਪੇਸ 'ਚ ਵੱਡੀ ਪੱਧਰ 'ਤੇ ਘਪਲਿਆਂ ਦਾ ਦੋਸ਼ ਲਾਇਆ। ਡੰਡੀ ਚੀਨ ਦੀ ਗੁਪਤ ਨਾਗਰਿਕ ਖੁਫੀਆ ਏਜੰਸੀ ਦੀ ਨਿੰਦਾ ਕਰਦੇ ਹੋਏ ਅਪਰਾਧਿਕ ਕੰਟਰੈਕਟ ਹੈਕਰਸ ਨਾਲ ਮਿਲੀਭੁਗਤ ਦੇ ਲਈ ਨਿੱਜੀ ਕੰਪਨੀਆਂ ਦੇ ਵਿਰੁੱਧ ਰੈਮਸਵੇਅਰ ਮੁਹਿੰਮ ਚਲਾ ਕੇ ਲੱਖਾਂ ਡਾਲਰ ਕੱਢਣ ਦੀ ਮੰਗ ਦੀ ਗੱਲ 'ਤੇ ਵੀ ਪਰੇਸ਼ਾਨੀ ਪ੍ਰਗਟਾਈ। ਡੰਡੀ ਸੰਯੁਕਤ ਰਾਸ਼ਟਰ 'ਚ ਚੀਨ ਦੇ ਸਥਾਈ ਪ੍ਰਤੀਨਿਧੀ ਨੇ ਵੀ ਸਾਈਬਰ ਸਪੇਸ 'ਚ ਗਲਬੇ, ਇੱਕ ਪਾਸੜਵਾਦ ਅਤੇ ਸਰਪ੍ਰਸਤੀਵਾਦ ਦੇ ਵਿਰੁੱਧ ਚੇਤਾਵਨੀ ਦਿੰਦੇ ਹੋਏ ਸਾਈਬਰ ਅਪਰਾਧ ਵਿਰੁੱਧ ਇੱਕ ਕੌਮਾਂਤਰੀ ਸੰਮੇਲਨ ਦੇ ਵਿਕਾਸ ਲਈ ਹਮਾਇਤ ਦੀ ਗੱਲ ਰੱਖੀ। ਡੰਡੀ ਵਿਸ਼ਲੇਸ਼ਕ ਇਸ ਗੱਲ 'ਤੇ ਬਹਿਸ ਕਰ ਰਹੇ ਹਨ ਕਿ ਟ੍ਰੇਡ ਵਾਰ ਤੋਂ ਬਾਅਦ ਹੁਣ ਸਾਈਬਰ ਡੋਮੇਨੇ ਅਮਰੀਕਾ ਅਤੇ ਚੀਨ ਦਰਮਿਆਨ ਕੌਮਾਂਤਰੀ ਜੰਗ ਦਾ ਨਵਾਂ ਖੇਤਰ ਹੋਵੇਗਾ। ਡੰਡੀ ਟੈਕਨੋਲੋਜੀ ਅਤੇ ਇੰਟਰਨੈੱਟ ਦਾ ਸਾਡੀ ਜ਼ਿੰਦਗੀ 'ਤੇ ਬਹੁਤ ਪ੍ਰਭਾਵ ਹੈ। ਅਸੀਂ ਸਭ ਨੇ ਇਸ ਗੱਲ ਨੂੰ ਦੇਖਿਆ ਹੈ ਕਿ ਜਿਵੇਂ ਹੀ ਅਸੀਂ ਇੰਟਰਨੈੱਟ 'ਤੇ ਕੁਝ ਲੱਭਦੇ ਹਾਂ ਤਾਂ ਥੋੜ੍ਹੀ ਦੇਰ ਬਾਅਦ ਹੀ ਸਾਡਾ ਸਮਾਰਟਫੋਨ ਸਾਨੂੰ ਉਸ ਨਾਲ ਸੰਬੰਧਿਤ ਸੁਝਾਅ ਅਤੇ ਖਬਰਾਂ ਦਿੰਦਾ ਹੈ। ਡੰਡੀ ਇਸੇ ਤਕਨੀਕ ਨੇ ਨਾ ਸਿਰਫ ਦੇਸ਼ ਨੂੰ ਇਕਮੁੱਠ ਕੀਤਾ ਹੈ, ਸਗੋਂ ਨਵੀਆਂ ਸੁਰੱਖਿਆ ਚੁਣੌਤੀਆਂ ਨੂੰ ਜਨਮ ਵੀ ਦਿੱਤਾ ਹੈ। ਡੰਡੀ ਸਾਈਬਰ ਡੋਮੇਨ ਦੀ ਪਹੁੰਚ, ਰਫ਼ਤਾਰ ਅਨਾਮ ਪ੍ਰਕਿਰਤੀ ਨਾਲ ਤਕਨੀਕੀ ਪ੍ਰਗਤੀ ਇੱਕ ਫਿਸਲਣ ਵਾਲੀ ਢਲਾਨ 'ਤੇ ਆ ਜਾਂਦੀ ਹੈ। ਡੰਡੀ ਸਾਨੂੰ ਇਹ ਗੱਲ ਸਮਝਣੀ ਹੋਵੇਗੀ ਕਿ ਸਮੱਸਿਆਵਾਂ ਵੱਧ ਜਾਂਦੀਆਂ ਹਨ ਜਦੋਂ ਅਸੀਂ ਉਹਨਾਂ ਦੇ ਸਭ ਪੱਖਾਂ ਨੂੰ ਨਹੀਂ ਪਛਾਣਦੇ। ਡੰਡੀ ਸਾਈਬਰ ਸੁਰੱਖਿਆ ਪ੍ਰਤੀ ਯਤਨ ਨੂੰ ਅੱਜ ਸਭ ਦੇਸ਼ਾਂ ਨੂੰ ਰਾਸ਼ਟਰੀ ਸੁਰੱਖਿਆ ਦੀ ਲੋੜ ਨੂੰ ਬੇਧਿਆਨੇ ਕੀਤੇ ਬਿਨਾਂ ਪਾਰਦਰਸ਼ਤਾ, ਸੀਕ੍ਰੇਸੀ, ਭਰੋਸੇ ਸਮੇਤ ਸੰਤੁਲਨ ਕਰਨਾ ਹੋਵੇਗਾ। ਡੰਡੀ ਸਾਈਬਰ ਸਪੇਸ ਇੱਕ ਨਵਾਂ ਖੇਤਰ ਹੈ। ਡੰਡੀ ਕੌਮਾਂਤਰੀ ਸਬੰਧਾਂ 'ਚ ਵੀ ਇਸ ਨੂੰ ਲੈ ਕੇ ਗਲੋਬਲ
ਕਾਨਸ ਦੇ ਵਿਸ਼ੇ 'ਤੇ ਕਾਫੀ ਚਰਚਾ ਹੋਈ ਹੈ। ਡੰਡੀ ਟੈਕਨੋਲੋਜੀ ਦੇ ਵਾਧੇ ਦੇ ਨਾਲ ਹੀ ਸੂਬਿਆਂ ਦੀ ਪ੍ਰਭੂ ਸੱਤਾ ਅਤੇ ਉਸ ਨਾਲ ਜੁੜੇ ਕਈ ਮੁੱਦਿਆਂ ਨੂੰ ਅਮਨ ਕਾਨੂੰਨ ਦੀ ਹਾਲਤ ਨਾਲ ਸੰਬੰਧਿਤ ਪੱਖਾਂ ਨੂੰ ਉਜਾਗਰ ਕੀਤਾ ਹੈ। ਡੰਡੀ ਸਾਈਬਰ ਸਪੇਸ ਨੇ ਇੱਕ ਦੇਸ਼ ਨੂੰ ਦੂਸਰੇ ਦੇਸ਼ ਨਾਲ ਜੋੜਿਆ ਤਾਂ ਹੈ, ਪਰ ਇਸ ਦੇ ਪਿਛੋਕੜ 'ਚ ਇਸ ਨਾਲ ਸੰਬੰਧਿਤ ਖਤਰਿਆਂ ਅਤੇ ਮਨੁੱਖੀ ਅਧਿਕਾਰ ਨੂੰ ਵੀ ਬੇਧਿਆਨ ਨਹੀਂ ਕੀਤਾ ਜਾ ਸਕਦਾ। ਡੰਡੀ ਸਮਕਾਲੀਨ ਸਮੇਂ 'ਚ ਪਾਇਰੇਸੀ, ਕਾਈਪਿੰਗ ਆਦਿ ਦੇਸ਼ ਦੀ ਸੁਰੱਖਿਆ ਅਤੇ ਵੱਖ-ਵੱਖ ਕਾਰੋਬਾਰਾਂ ਲਈ ਚੁਣੌਤੀ ਵਜੋਂ ਉੱਭਰ ਕੇ ਸਾਹਮਣੇ ਆਏ ਹਨ। ਡੰਡੀ ਪਹਿਲਾਂ ਕੌਮਾਂਤਰੀ ਪ੍ਰਕਿਰਿਆਵਾਂ ਨੂੰ ਕੁਝ ਖੇਤਰਾਂ 'ਚ ਗਲਬੇ ਅਤੇ ਲਾਭ ਕਾਰਨ ਨੁਕਸਾਨ ਉਠਾਉਣਾ ਪਿਆ। ਡੰਡੀ ਹੁਣ ਹਰ ਦੇਸ਼ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਸਾਈਬਰ ਸਪੇਸ ਜੰਗ ਦਾ ਨਹੀਂ ਸਗੋਂ ਲੋਕਾਂ ਦੇ ਕਲਿਆਣ ਦਾ ਖੇਤਰ ਬਣ ਜਾਵੇ। ਡੰਡੀ ਇਹਨਾਂ ਆਦਰਸ਼ਾਂ ਨੇ ਬੇਧਿਆਨ ਕਰਨਾ ਵਿਸ਼ਵ ਰਾਜ ਵਿਵਸਥਾ ਲਈ ਚੰਗਾ ਨਹੀਂ ਹੋਵੇਗਾ। ਡੰਡੀ ਦੁਨੀਆ ਮਹਾਮਾਰੀ ਕਾਰਨ ਹੋਏ ਨੁਕਸਾਨ ਪਿੱਛੋਂ ਉੱਭਰ ਰਹੀ ਹੈ। ਡੰਡੀ ਆਰਟੀਫਿਸ਼ੀਅਲ ਇੰਟੈਲੀਜੈਂਸ, ਰੋਬੋਟਿਕ ਅਤੇ ਨਾਲ ਹੀ ਇੰਡਸਟਰੀ 5.0 ਨਾਲ ਸੰਬੰਧਿਤ ਨਵੇਂ ਉਦਯੋਗਿਕ ਮਾਡਲਜ਼ ਆਦਿ ਅਜਿਹੇ ਕਈ ਮਾਮਲਿਆਂ 'ਚ ਵੱਖ-ਵੱਖ ਦੇਸ਼ ਇੱਕ ਸਮੁੱਚੀ ਨੀਤੀ ਨਿਰਮਾਣ ਵੱਲ ਯਤਨ ਕਰ ਰਹੇ ਹਨ। ਡੰਡੀ ਭਵਿੱਖ ਦੇ ਕੌਮਾਂਤਰੀ ਅਤੇ ਘਰੇਲੂ ਰਾਜ ਦੇ ਲਈ ਸਥਿਰਤਾ ਯਕੀਨੀ ਕਰਨ ਦੇ ਲਈ ਸਾਈਬਰ ਸੁਰੱਖਿਆ ਦੀਆਂ ਚਿੰਤਾਵਾਂ ਦੇ ਪ੍ਰਤੀ ਸਮੁੱਚਾ ਦ੍ਰਿਸ਼ਟੀਕੋਣ ਵੀ ਅਹਿਮ ਹੈ। ਡੰਡੀ ਵਿੱਤ ਮੰਤਰਾਲਾ ਨੇ 5 ਵੱਖ-ਵੱਖ ਕਸਟਮਜ਼ ਰਿਆਇਤਾਂ ਸੰਬੰਧੀ ਨੋਟੀਫਿਕੇਸ਼ਨਾਂ 'ਚ 523 ਐਂਟਰੀਆਂ ਦੀ ਸਮੀਖਿਆ ਦਾ ਕੰਮ ਆਪਣੇ ਹੱਥਾਂ 'ਚ ਲਿਆ ਹੈ। ਡੰਡੀ ਇਸ ਦੇ ਪਿੱਛੇ ਵਿਚਾਰ ਵਪਾਰੀਆਂ ਕੋਲੋਂ ਪ੍ਰਤੀਕਿਰਿਆ ਹਾਸਲ ਕਰਨ ਲਈ ਪਿੱਛੋਂ ਇਹਨਾਂ ਰਿਆਇਤਾਂ ਨੂੰ ਖਤਮ ਕਰਨਾ ਹੈ। ਡੰਡੀ ਇਸ ਕਦਮ ਪਿੱਛੋਂ ਬੀਤੇ ਸਾਲ ਗੈਰ ਸੰਚਾਲਿਤ ਹੋ ਚੁੱਕੀਆਂ 80 ਰਿਆਇਤਾਂ ਨੂੰ ਹਟਾਇਆ ਗਿਆ। ਡੰਡੀ ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ 'ਚ ਕਿਹਾ ਸੀ ਕਿ ਹੋਰ ਰਿਆਇਤਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਹਿੱਤਧਾਰਕਾਂ ਨਾਲ ਸਲਾਹ ਮਸ਼ਵਰਾ ਕਰਨ ਪਿੱਛੋਂ ਉਹਨਾਂ ਨੂੰ ਹਟਾਇਆ ਜਾਵੇਗਾ। ਡੰਡੀ ਸਮੀਖਿਆ ਲਈ ਰਿਆਇਤਾਂ ਦੀ ਸੂਚੀ 'ਚ 2599 ਦੇ CUS ਮਿਤੀ ਵਧੇਰੇ ਇਲੈਕਟ੍ਰੋਨਿਕਸ ਉਦਯੋਗ 'ਚ ਐਂਡ ਯੂਜ਼ ਰਿਆਇਤਾਂ ਹਨ। ਡੰਡੀ 28 ਫਰਵਰੀ 1999 ਦੇ ਨੋਟੀਫਿਕੇਸ਼ਨ 'ਚ ਸ਼ਾਮਲ 241 ਐਂਟਰੀਆਂ ਹਨ। ਡੰਡੀ 59 ਐਂਟਰੀਆਂ 25/2002 ਮਿਤੀ 1 ਮਾਰਚ 2002 ਨੂੰ ਦੇ ਨੋਟੀਫਿਕੇਸ਼ਨ 'ਚ ਹਨ। ਡੰਡੀ ਵਧੇਰੇ ਇਲੈਕਟ੍ਰੋਨਿਕਸ ਅਤੇ ਇਲੈਕਟ੍ਰੀਕਲ ਉਦਯੋਗ 'ਚ ਐਂਡ ਯੂਜ਼ ਰਿਆਇਤਾਂ ਹਨ। ਡੰਡੀ 115 ਐਂਟਰੀਆਂ CUS ਮਿਤੀ 1 ਮਾਰਚ 2006 ਦੇ ਨੋਟੀਫਿਕੇਸ਼ਨ 'ਚ ਹਨ। ਡੰਡੀ ਵਧੇਰੇ ਘਰੇਲੂ ਕੱਪੜੇ 107 ਐਂਟਰੀਆਂ 50/2017 CUS ਮਿਤੀ 30 ਜੂਨ 2017 ਦੇ ਨੋਟੀਫਿਕੇਸ਼ਨਜ਼ ਹਨ। ਡੰਡੀ ਵੱਖ-ਵੱਖ ਮੰਤਵਾਂ ਲਈ ਵੱਖ-ਵੱਖ ਤਰ੍ਹਾਂ ਦੀਆਂ ਵਸਤਾਂ ਅਤੇ ਨੋਟੀਫਿਕੇਸ਼ਨ 26 CUS ਮਿਤੀ 1 ਮਾਰਚ 2011 'ਚ ਇੱਕ ਐਂਟਰੀ ਪੁਰਾਤਨ। ਡੰਡੀ ਇਹਨਾਂ 'ਚੋਂ ਵਧੇਰੇ ਐਂਟਰੀਆਂ ਆਪਣੀਆਂ ਉਪਯੋਗਤਾ ਨੂੰ ਗਵਾ ਚੁੱਕੀਆਂ ਹਨ ਅਤੇ ਬੇਲੋੜੀਆਂ ਬਣ ਚੁੱਕੀਆਂ ਹਨ। ਡੰਡੀ ਜਿਨ੍ਹਾਂ 2 ਐਂਟਰੀਆਂ ਦੀ ਪਛਾਣ ਹਟਾਉਣ ਲਈ ਕੀਤੀ ਗਈ ਹੈ,
ਲੜੀ ਨੰਬਰ 430 ਅਤੇ 431 ਨੋਟੀਫਿਕੇਸ਼ਨ ਬਰਾਮਦ ਦੀ ਦਿਲਚਸਪੀ ਦੀਆਂ ਹਨ। ਡੰਡੀ ਲੜੀ ਨੰਬਰ 430 ਫਾਰਮਾਸਿਊਟੀਕਲ ਅਤੇ ਬਾਇਓਟੈਕਨੋਲੋਜੀਕਲ ਸੈਕਟਰ 'ਚ ਨਿਰਮਾਤਾਵਾਂ ਵੱਲੋਂ 101 ਵਸਤਾਂ 'ਤੇ ਡਿਊਟੀ ਫਰੀ ਬਰਾਮਦ ਦੀ ਆਗਿਆ ਦਿੱਤੀ ਜਾਂਦੀ ਹੈ ਜਿਨ੍ਹਾਂ ਕੋਲ ਮਾਨਤਾ ਪ੍ਰਾਪਤ ਖੋਜ ਅਤੇ ਵਿਕਾਸ R&D ਲੈਬੋਰੇਟਰੀ ਪਿਛਲੇ ਸਾਲ ਦੌਰਾਨ ਕੀਤੀ ਗਈ ਦਰਾਮਦ ਦੀ ਕੀਮਤ ਦੇ 25% ਤੱਕ FOB ਫਰੀ ਆਨ ਬੋਰਡ ਹੋਣੇ ਚਾਹੀਦੇ ਹਨ। ਡੰਡੀ ਲੜੀ ਨੰਬਰ 431 ਐਗਰੋ ਕੈਮੀਕਲ ਸੈਕਟਰ 'ਚ ਨਿਰਮਾਤਾਵਾਂ ਵੱਲੋਂ 119 ਵਸਤਾਂ ਦੀ ਦਰਾਮਦ ਦੀ ਆਗਿਆ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ ਪਿਛਲੇ ਸਾਲ ਘੱਟੋ ਘੱਟ 20 ਕਰੋੜ ਰੁਪਏ ਦੀ ਦਰਾਮਦ ਕੀਤੀ ਹੋਵੇ ਅਤੇ ਮਾਨਤਾ ਪ੍ਰਾਪਤ R&D ਲੈਬੋਰੇਟਰੀ ਹੋਵੇ। ਡੰਡੀ ਨਾਲ ਹੀ ਪਿਛਲੇ ਸਾਲ ਦੌਰਾਨ ਦਰਾਮਦ ਦੀ FOB ਦੀ ਕੀਮਤ ਦਾ 1% ਹੋਵੇ। ਡੰਡੀ ਉਹਨਾਂ ਨੂੰ ਹੈੱਡ ਬੁੱਕ ਆਫ ਪ੍ਰੋਸੀਜਰਜ਼ ਸੈਕਸ਼ਨ 1 ਦੇ ਪੈਰਾ 247 ਮੁਤਾਬਕ ਵਿਦੇਸ਼ ਵਪਾਰ ਮਹਾ ਡਾਇਰੈਕਟੋਰੇਟ ਦੇ ਖੇਤਰੀ ਦਫ਼ਤਰਾਂ 'ਚ ਨਿਰਧਾਰਤ ਸਰਟੀਫਿਕੇਟ ਹਾਸਲ ਕਰਨਾ ਹੁੰਦਾ ਹੈ। ਡੰਡੀ ਵਿੱਤ ਮੰਤਰਾਲਾ ਨੇ ਹਟਾਉਣ ਦੇ ਇਰਾਦੇ ਨਾਲ ਰਿਆਇਤਾਂ ਦੀ ਸਮੀਖਿਆ ਦੀ ਚੰਗੀ ਤਰ੍ਹਾਂ ਸ਼ੁਰੂਆਤ ਕੀਤੀ ਹੈ। ਡੰਡੀ ਹਾਲਾਂਕਿ ਸਿਰਫ ਪਛਾਣੀਆਂ ਗਈਆਂ ਐਂਟਰੀਆਂ ਲਈ ਰਿਆਇਤਾਂ ਨੂੰ ਹਟਾਉਣ ਦਾ ਕਸਟਮਰਜ਼ ਡਿਊਟੀ ਦਰਾਂ ਦੇ ਢਾਂਚੇ ਦਾ ਰੂਪ ਖਤਮ ਨਹੀਂ ਹੋਵੇਗਾ। ਡੰਡੀ ਡਿਊਟੀ ਦੀਆਂ ਦਰਾਂ ਦੀ ਗਿਣਤੀ ਨੂੰ ਘੱਟ ਕਰਕੇ ਵਧੇਰੇ ਰਿਆਇਤਾਂ ਨੂੰ ਖਤਮ ਕਰਕੇ ਅਤੇ ਉਪਕਰਣ ਅਤੇ ਸੈਸ ਨੂੰ ਹਟਾਉਣ ਵਰਗੇ ਤਰੀਕਿਆਂ ਨਾਲ ਅਜੇ ਬਹੁਤ ਕੁਝ ਕਰਨ ਦੀ ਲੋੜ ਹੈ। ਡੰਡੀ ਇੱਕ ਚੈਪਟਰ 'ਚ ਸਭ ਵਸਤਾਂ ਲਈ ਇੱਕ ਹੀ ਦਰ ਹੋਣ ਕਾਰਨ ਵਰਗੀਕਰਨ ਵਿਵਾਦਾਂ 'ਚ ਕਮੀ ਲਿਆਉਣ 'ਚ ਮਦਦ ਮਿਲੇਗੀ। ਡੰਡੀ ਕੇਂਦਰੀ ਆਬਕਾਰੀ ਅਤੇ ਕਸਟਮ ਡਿਊਟੀ ਬੋਰਡ ਦੇ ਸਾਬਕਾ ਮੈਂਬਰ ਸੁਕੁਮਾਰ ਮੁੱਖ ਅਧਿਆਪਕ ਨੇ ਵਾਰ-ਵਾਰ ਸੰਕੇਤ ਦਿੱਤਾ ਹੈ ਕਿ 150 ਦੇ ਨਾਲ ਹੀ ਕੁਝ ਖਾਸ ਡਿਊਟੀਆਂ ਵਰਗੀ 19 ਦਰਾਂ ਨਾਲ ਕਸਟਮਜ਼ ਡਿਊਟੀ ਢਾਂਚਾ ਦਲੀਲ ਭਰਪੂਰ ਨਹੀਂ ਹੈ। ਡੰਡੀ ਸ਼ਰਤਾਂ ਸਰਟੀਫਿਕੇਸ਼ਨ ਅਤੇ ਅਜਿਹੀਆਂ ਵਸਤਾਂ ਦੀ ਸੂਚੀ ਨਾਲ ਸੈਂਕੜੇ ਰਿਆਇਤਾਂ ਹਨ ਜੋ ਕਸਟਮ ਡਿਊਟੀ ਦਾ ਨਿਰਧਾਰਨ ਕਾਫੀ ਔਖਾ ਬਣਾ ਦਿੰਦੀਆਂ ਹਨ। ਡੰਡੀ ਉਹਨਾਂ ਨੇ ਵਾਰ-ਵਾਰ ਕਸਟਮ ਡਿਊਟੀ ਦੇ ਢਾਂਚੇ ਨੂੰ ਸਧਾਰਨ ਬਣਾਉਣ ਦੀ ਵਕਾਲਤ ਕੀਤੀ ਹੈ। ਡੰਡੀ ਆਪਣੇ 1999 ਦੇ ਬਜਟ ਭਾਸ਼ਣ 'ਚ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਕਿਹਾ ਸੀ ਕਿ ਉਹ ਵਿਚਾਰਕ ਤੌਰ 'ਤੇ ਜ਼ੀਰੋ ਕਸਟਮ ਡਿਊਟੀ ਦੇ ਵਿਰੁੱਧ ਹਨ ਕਿਉਂਕਿ ਸਾਡਾ ਘਰੇਲੂ ਉਦਯੋਗ ਆਮ ਤੌਰ 'ਤੇ ਕੁਝ ਘੱਟੋ ਘੱਟ ਸੁਰੱਖਿਆ ਨੂੰ ਗੁਣਵੱਤਾ ਪ੍ਰਦਾਨ ਕਰਦਾ ਹੈ। ਡੰਡੀ ਉਹਨਾਂ ਅਜਿਹੀਆਂ ਕੁਝ ਵਸਤਾਂ ਦੀ ਸਮੁੱਚੀ ਦੀ ਸੁਰੱਖਿਆ ਅਤੇ ਕੁਝ ਵਸਤਾਂ 'ਤੇ ਡਿਊਟੀ ਦੀ 5% ਦਰ ਲਿਆਉਣੀ ਸ਼ੁਰੂ ਕਰ ਦਿੱਤੀ ਹੈ। ਡੰਡੀ ਵਿੱਤ ਮੰਤਰਾਲਾ 'ਚ ਮੌਜੂਦਾ ਲੀਡਰਸ਼ਿਪ ਨੂੰ ਇਸ ਵਿੱਤੀ ਤੇ ਤਾਜ਼ਾ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ। ਡੰਡੀ ਵਧੇਰੇ ਰਿਆਇਤਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਸਿਵਾਏ ਜੀਵਨ ਰੱਖਿਅਕ ਦਵਾਈਆਂ ਅਤੇ ਦਰਾਮਦ ਵਧਾਉਣ ਅਤੇ ਬਹੁਮੰਤਵੀ ਖੇਤਰੀ ਅਤੇ ਦੋ ਪਾਸੜ ਵਪਾਰ ਸਮਝੌਤਿਆਂ ਅਧੀਨ ਵੱਖ-ਵੱਖ ਮਜਬੂਰੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਡੰਡੀ